ਹੈਲੋ एवरीवन ਗਿਲਸ ਮੈਂਟੋਰ ਦੇ ऑफिशियल YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਬੈਂਕਿੰਗ ਅਵੇਅਰਨੈਸ ਦਾ ਲੈਕਚਰ 3rd ਦੇਖਾਂਗੇ। ਇਸ ਵਿੱਚ ਆਪਾਂ ਅੱਜ ਜਿਹੜਾ ਟੌਪਿਕ ਡਿਸਕਸ ਕਰਨਾ ਹੈ ਉਹ ਹੈਗਾ ਟਾਈਪਸ ਆਫ ਬੈਂਕਿੰਗ। ਡਨ। ਸੋ ਇਹ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਕੁਝ ਦੱਸਣਾ ਚਾਹਾਂਗਾ ਕਿ ਬੱਚਿਆਂ ਨੂੰ ਕਈ ਵਾਰੀ ਟਾਈਮਿੰਗ ਦਾ ਹੁੰਦਾ ਸੀ ਕਿ ਪਤਾ ਨਹੀਂ ਲੈਕਚਰ ਕਿਹੜੇ ਟਾਈਮ 'ਤੇ ਆਏਗਾ, ਇਹਦਾ PDF ਕਦੋਂ ਮਿਲੇਗਾ ਜਾਂ ਇਹਦਾ ਮਤਲਬ ਕਿਸ ਤਰ੍ਹਾਂ ਸਾਨੂੰ ਪਤਾ ਲੱਗੇਗਾ। ਤਾਂ ਤੁਹਾਨੂੰ ਮੈਂ ਕਹਿਣਾ ਚਾਹਾਂਗਾ ਤੁਸੀਂ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਓ। ਡਨ। ਉੱਥੇ ਮੈਂ ਇਹ ਸਾਰੇ PDF ਸ਼ੇਅਰ ਕਰਾਂਗਾ। ਠੀਕ ਹੈ, ਥੋੜ੍ਹਾ ਪੇਸ਼ੈਂਸ ਰੱਖਣਾ ਹੈ, ਤੁਹਾਨੂੰ ਉਰੇ PDF ਮਿਲਣਗੇ ਜ਼ਰੂਰ। ਡਨ। ਅਪਡੇਟਿਡ ਰਹਿਣਾ ਆਪਾਂ ਨੇ, ਤਾਂ ਬਾਰ ਟੈਲੀਗ੍ਰਾਮ ਚੈਨਲ 'ਚ ਤੁਸੀਂ ਜਾ ਕੇ ਦੇਖਣਾ, ਤੁਹਾਨੂੰ ਇਸ ਦੇ PDF ਸੈਕਸ਼ਨ 'ਚ ਮਿਲੇਗਾ। ਅਤੇ ਟਾਈਮਿੰਗ ਦੀ ਗੱਲ ਉਹ ਵੀ ਤੁਹਾਨੂੰ ਟੈਲੀਗ੍ਰਾਮ ਦੇ ਚੈਨਲ 'ਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਲੈਕਚਰ ਆਉਣ ਵਾਲਾ ਹੈ। ਡਨ। ਸੋ ਟੈਲੀਗ੍ਰਾਮ ਦੇ ਗਿਲਸ ਮੈਂਟੋਰ E-ਲਰਨਿੰਗ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ। ਡਨ। ਉੱਥੇ ਤੁਹਾਨੂੰ ਇਹ ਲੈਕਚਰ ਮਿਲ ਜਾਏਗਾ। ਸੋ ਇਹ ਆਪਣੀ ਸੀ ਇੱਕ ਇਨਕੁਆਇਰੀ ਜਿਹੜੀ ਬੱਚਿਆਂ ਵੱਲੋਂ ਸੀ ਹੀ। ਤਾਂ ਉਸ ਤੋਂ ਇਲਾਵਾ ਬੱਚੇ ਪੁੱਛ ਰਹੇ ਸੀ ਕਿ ਤੁਸੀਂ ਸਾਰੇ ਟੌਪਿਕਸ ਕਰਾਓਗੇ। ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ, ਮੈਂ ਤੁਹਾਨੂੰ ਇੰਟਰੋਡਕਸ਼ਨ 'ਚ ਵੀ ਕਿਹਾ ਸੀ ਕਿ ਮੈਂ ਤੁਹਾਨੂੰ ਸਾਰੇ ਟੌਪਿਕਸ ਕਰਾਵਾਂਗਾ। ਜਿਹੜੇ ਬੱਚਿਆਂ ਨੇ ਮੇਰਾ ਫਸਟ ਲੈਕਚਰ ਨਹੀਂ ਦੇਖਿਆ, ਮਤਲਬ ਫਸਟ ਲੈਕਚਰ ਤੋਂ ਪਹਿਲਾਂ ਇੱਕ ਇੰਟਰੋਡਕਸ਼ਨ ਲੈਕਚਰ ਆਇਆ ਸੀ ਮੇਰਾ, ਜਿਸ ਵਿੱਚ ਮੈਂ ਸਿਲੇਬਸ ਡਿਸਕਸ ਕੀਤਾ ਸੀ। ਉਹ ਵਾਲਾ ਲੈਕਚਰ ਜ਼ਰੂਰ ਦੇਖਿਓ, ਜਿਸ 'ਚ ਮੈंने ਬਾਹਰ ਲਿਖਿਆ ਹੋਇਆ ਹੈ ਕਿ ਇੰਟਰੋਡਕਸ਼ਨ ਸਿਲੇਬਸ। ਤਾਂ ਉਸ ਵਿੱਚ ਮੈंने ਤੁਸੀਂ ਜਾ ਕੇ ਟੌਪਿਕਸ ਦੇਖੋ। ਮੈਂ ਸਾਰੇ ਟੌਪਿਕ ਡਿਸਕਸ ਕਰਾਂਗਾ ਜੋ ਉੱਥੇ ਮੈਂਸ਼ਨ ਨੇ। ਡਨ। ਅਤੇ ਕਰੰਟ ਅਫੇਅਰ ਵੀ ਡਿਸਕਸ ਕਰਨੇ ਨੇ ਆਪਾਂ ਨੇ। ਲਗਾਤਾਰ 6 ਤੋਂ 7 ਮਹੀਨੇ ਦੇ ਆਪਾਂ ਕਰੰਟ ਅਫੇਅਰ ਡਿਸਕਸ ਕਰਾਂਗੇ ਬੈਂਕਿੰਗ ਨੂੰ ਲੈ ਕੇ। ਸੋ ਉਸ ਤੋਂ ਇਲਾਵਾ ਜੇ ਮੈਂ ਇੱਕ ਗੱਲ ਹੋਰ ਕਹਾਂ ਕਿ ਜੇ ਤੁਹਾਨੂੰ ਕਿੱਥੇ ਕੋਈ ਵੀ ਪ੍ਰੋਬਲਮ ਆਉਂਦੀ ਹੈ, ਮੈਨੂੰ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ। ਜੇ ਮੰਨ ਲਓ ਇਹ ਕਲਾਸ ਤੁਹਾਨੂੰ ਪ੍ਰੀਮੀਅਰ ਹੋ ਕੇ ਵੀ ਮਿਲ ਰਹੀ ਹੈ, ਤਾਂ ਇਸ ਵਿੱਚ ਤੁਹਾਨੂੰ ਕਦੇ ਵੀ ਕੋਈ ਚੀਜ਼ ਨੂੰ ਲੈ ਕੇ ਟੈਂਸ ਨਹੀਂ ਹੋਣਾ ਕਿ ਮੈਨੂੰ ਕਿਵੇਂ ਪਤਾ ਲੱਗੇਗਾ ਜੇ ਮੇਰੀ ਕੁਆਰੀ ਦਾ ਆਨਸਰ ਕੌਣ ਦੇਗਾ ਮੈਨੂੰ। ਪਿਛਲੇ ਲਗਾਤਾਰ 2 ਲੈਕਚਰਾਂ ਤੋਂ ਤੁਸੀਂ ਕਮੈਂਟ ਸੈਕਸ਼ਨ ਜਾ ਕੇ ਦੇਖੋ, ਮੈਂ ਹਰੇਕ ਬੱਚੇ ਦਾ ਉਸ ਦੀ ਇਨਕੁਆਇਰੀ ਦਾ ਜਵਾਬ ਦੇ ਰਿਹਾ। ਡਨ। ਠੀਕ ਹੈ। ਤਾਂ ਇਸ ਵਿੱਚ ਤੁਹਾਨੂੰ ਕਦੇ ਵੀ ਇਹ ਡਰ ਨਹੀਂ ਹੋਏਗਾ ਕਿ ਇਹ ਲਾਈਵ ਨਹੀਂ ਹੈ, ਇਸ ਕਰਕੇ ਪਤਾ ਨਹੀਂ ਮੇਰੀ ਕੁਆਰੀ ਦਾ ਆਨਸਰ ਮਿਲੇਗਾ ਨਹੀਂ ਮਿਲੇਗਾ। ਤੁਹਾਨੂੰ 100% ਮਿਲੇਗਾ। ਵਿਦਇਨ ਦਾ 2 ਆਵਰਸ ਤੁਹਾਡੇ ਕੁਐਸਚਨ ਦਾ ਆਨਸਰ ਤੁਹਾਨੂੰ 100% ਮਿਲੇਗਾ। ਸੋ ਆਪਣੀ ਕੋਈ ਵੀ ਪ੍ਰੋਬਲਮ ਹੈ ਤੁਸੀਂ ਕਮੈਂਟ ਸੈਕਸ਼ਨ 'ਚ ਲਿਖੋ। ਕਮੈਂਟ ਸੈਕਸ਼ਨ ਦਾ ਮਤਲਬ ਜਦੋਂ ਕਲਾਸ ਓਵਰ ਹੋ ਜਾਵੇ, ਠੀਕ ਹੈ, ਉਸ ਤੋਂ ਬਾਅਦ ਤੁਸੀਂ ਕਮੈਂਟ ਸੈਕਸ਼ਨ 'ਚ ਲਿਖੋ, ਮੈਂ ਉਹਦਾ ਰਿਪਲਾਈ ਉਸੇ ਟਾਈਮ ਉਸਦੇ ਅੰਡਰ ਦੇ ਦਾਂਗਾ। ਠੀਕ ਹੈ। ਅਤੇ ਜਿਹੜਾ ਤੁਸੀਂ ਕੁਆਰੀ ਪੁੱਛੋਗੇ ਉਹ ਕਲਾਸ ਨਾਲ ਰਿਲੇਟਡ ਹੋਣੀ ਚਾਹੀਦੀ ਹੈ, ਖਾਸ ਕਰ ਮੇਰੇ ਕਲਾਸ ਨਾਲ ਰਿਲੇਟਡ ਹੋਣੀ ਚਾਹੀਦੀ ਹੈ। ਕਿਸੇ ਹੋਰ ਕੋਰਸ ਬਾਰੇ ਪੁੱਛਣਾ ਹੈ, ਉਹ ਤੁਸੀਂ ਗਿਲਸ ਮੈਂਟੋਰ ਦਾ ਤੁਹਾਡੇ ਕੋਲ WhatsApp ਨੰਬਰ ਹੋਏਗਾ, ਉਸ 'ਤੇ ਕਾਲ ਕਰੋ ਜਾਂ ਉਸ 'ਤੇ ਤੁਸੀਂ ਮੈਸੇਜ ਕਰੋ, ਉੱਥੋਂ ਤੁਸੀਂ ਪੁੱਛ ਸਕਦੇ ਹੋ। ਮੇਰੀ ਕਲਾਸ ਨਾਲ ਰਿਲੇਟਡ, ਮੇਰੇ ਕੋਰਸ ਨਾਲ ਰਿਲੇਟਡ ਜੋ ਵੀ ਤੁਹਾਡੀ ਕੁਆਰੀ ਹੈ ਉਹ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ। ਡਨ। ਤੀਜੀ ਇੱਕ ਹੋਰ ਕੁਆਰੀ ਸੀ ਕਿ ਪਲੇਲਿਸਟ ਕਿੱਥੋਂ ਮਿਲੇਗੀ ਮੈਨੂੰ, ਮਤਲਬ ਕਿ ਬੈਂਕਿੰਗ ਅਵੇਅਰਨੈਸ ਲਈ ਪਲੇਲਿਸਟ ਕਿੱਥੋਂ ਮਿਲੇਗੀ। ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਜਦੋਂ ਤੁਸੀਂ ਗਿਲਸ ਮੈਂਟੋਰ E-ਲਰਨਿੰਗ YouTube ਚੈਨਲ ਖੋਲ੍ਹਦੇ ਹੋ, ਉਸ ਵਿੱਚ ਜਦੋਂ ਤੁਸੀਂ ਪਲੇਲਿਸਟ ਸੈਕਸ਼ਨ 'ਚ ਜਾਂਦੇ ਹੋ, ਸਭ ਤੋਂ ਉੱਪਰ ਬੈਂਕਿੰਗ ਅਵੇਅਰਨੈਸ ਦਾ ਇੱਕ ਪਲੇਲਿਸਟ ਸੈਸ਼ਨ ਬਣਿਆ ਹੋਇਆ ਹੈ। ਠੀਕ ਹੈ। ਉਸਨੂੰ ਤੁਸੀਂ ਸੇਵ ਕਰ ਲੈਣਾ, ਤਾਂ ਤੁਹਾਡੀ ਲਾਇਬ੍ਰੇਰੀ ਵਿੱਚ ਆ ਜਾਏਗਾ। ਡਨ। ਅਤੇ ਤੁਹਾਨੂੰ ਮਤਲਬ ਚੈਨਲ ਬਾਰ ਖੋਲ੍ਹਣ ਦੀ ਲੋੜ ਨਹੀਂ, ਜਾਂ ਤੁਹਾਨੂੰ ਬਾਰ ਦੇਖਣ ਦੀ ਲੋੜ ਨਹੀਂ। ਪਲੇਲਿਸਟ 'ਚ ਜਾਓ, ਕਲਾਸਿਸ ਤੁਸੀਂ ਸਟਾਰਟ ਕਰ ਸਕਦੇ ਹੋ। ਓਕੇ। ਸੋ ਅੱਜ ਆਪਾਂ ਦੇਖਾਂਗੇ ਅੱਗੇ ਟਾਈਪਸ ਆਫ ਬੈਂਕਿੰਗ। ਹੁਣ ਆਪਾਂ ਇੰਡੀਅਨ ਬੈਂਕਿੰਗ ਸਿਸਟਮ ਸਭ ਤੋਂ ਪਹਿਲਾਂ ਡਿਸਕਸ ਕਰ ਲੈਂਦੇ ਹਾਂ। ਕਹਿੰਦੇ ਦਾ ਆਰਗੇਨਾਈਜ਼ਡ ਬੈਂਕਿੰਗ ਸਿਸਟਮ ਇਨ ਇੰਡੀਆ ਕੈਨ ਬੀ ਬਰੋਡਲੀ ਡਿਵਾਈਡਡ ਇਨਟੂ 3 ਕੈਟਾਗਰੀਜ਼। ਡਨ। ਕਹਿੰਦੇ ਜਿਹੜਾ ਆਪਣਾ ਇੰਡੀਅਨ ਬੈਂਕਿੰਗ ਸਿਸਟਮ ਹੈ ਉਹ ਮਤਲਬ ਆਪਾਂ ਜੇ ਗੱਲ ਕਰੀਏ ਤਿੰਨ ਕੈਟਾਗਰੀ 'ਚ ਡਿਵਾਈਡ ਹੈ। ਠੀਕ ਹੈ। ਕਿੰਨਾਂ 'ਚ? 3 ਕੈਟਾਗਰੀਜ਼ ਵਿੱਚ ਡਿਵਾਈਡ ਹੈ। ਪਹਿਲਾ ਹੈਗਾ ਸੈਂਟਰਲ ਬੈਂਕ। ਡਨ। ਜਿਸ ਨੂੰ ਆਪਾਂ ਰਿਜ਼ਰਵ ਬੈਂਕ ਕਹਾਉਂਦੇ ਹਾਂ। ਇੱਕ ਹੁੰਦਾ ਇੱਕ ਕਮਰਸ਼ੀਅਲ ਬੈਂਕ, ਇੱਕ ਹੁੰਦਾ ਕੋਆਪਰੇਟਿਵ ਬੈਂਕ। ਅੱਜ ਮੈਂ ਤੁਹਾਡੇ ਨਾਲ ਇਹ ਤਿੰਨਾਂ ਚੀਜ਼ਾਂ ਬਾਰੇ ਡਿਸਕਸ ਕਰਾਂਗਾ। ਠੀਕ ਹੈ। ਆਪਣਾ ਸੈਂਟਰਲ ਬੈਂਕ ਕਿਹੜਾ ਹੈ, ਉਹਦਾ ਕਿਆ ਫੰਕਸ਼ਨ ਹੈ। ਡਨ। ਅਤੇ ਕਮਰਸ਼ੀਅਲ ਬੈਂਕ ਦੇ ਕਿਆ ਫੰਕਸ਼ਨਸ ਹੁੰਦੇ ਆ, ਕੋਆਪਰੇਟਿਵ ਬੈਂਕ ਦੇ ਕਿਆ ਫੰਕਸ਼ਨਸ ਹੁੰਦੇ ਆ, ਕਿਆ ਫ਼ਰਕ ਕਿਆ ਹੁੰਦਾ ਇਹਨਾਂ ਵਿੱਚ, ਇਹਨਾਂ ਬਾਰੇ ਅੱਜ ਤੁਹਾਨੂੰ ਪਤਾ ਲੱਗੇਗਾ। ਕਿਉਂਕਿ ਆਪਾਂ ਐਗਜ਼ਾਮ ਕੋਆਪਰੇਟਿਵ ਬੈਂਕ ਦਾ ਦੇਣਾ, ਤਾਂ ਆਪਾਂ ਨੇ ਜਦੋਂ ਆਪਾਂ ਇਹ ਬੇਸਿਕ ਕੰਪਲੀਟ ਕਰਾਂਗੇ, ਹੌਲੀ ਹੌਲੀ ਬੇਸਿਕ ਸਮਝਦੇ ਜਾਵਾਂਗੇ। ਫਿਰ ਮੈਂ ਤੁਹਾਨੂੰ ਇਹ ਕੋਆਪਰੇਟਿਵ ਐਕਟਸ ਬਾਰੇ ਦੱਸਾਂਗਾ। ਦੈਨ ਜੋ ਆਪਣੇ ਪੰਜਾਬ ਸਟੇਟ ਬਾਰੇ ਜਿਹੜੀਆਂ ਪੋਸਟਾਂ ਨਿਕਲੀਆਂ ਉਸ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਉਹਦੀ ਕਿਆ ਹਿਸਟਰੀ ਰਹੀ, ਉਹਦੇ ਕਿਆ ਫੰਕਸ਼ਨਸ ਰਹੇ, ਇਸ ਟਾਈਮ ਉਹ ਕਿੱਥੇ ਖੜ੍ਹਾ ਹੈ ਬੈਂਕ। ਠੀਕ ਹੈ। ਉਸ ਲਈ ਕਿਆ ਕਿਆ ਕਮੇਟੀਜ਼ ਨੇ ਰਿਕਮੈਂਡੇਸ਼ਨ ਦਿੱਤੀਆਂ, ਇਹਨਾਂ ਬਾਰੇ ਆਪਾਂ ਗੱਲ ਕਰਾਂਗੇ। ਓਕੇ। ਕਹਿੰਦੇ ਅਨਦਰ ਐਂਡ ਮੋਰ ਕਾਮਨ ਕਲਾਸੀਫਿਕੇਸ਼ਨ ਆਫ ਬੈਂਕਿੰਗ ਇਨ ਇੰਡੀਆ ਇਜ਼ ਬਿਟਵੀਨ ਸ਼ਡਿਊਲ ਐਂਡ ਨੋਨ ਸ਼ਡਿਊਲ। ਦ ਰਿਜ਼ਰਵ ਬੈਂਕ ਆਫ ਇੰਡੀਆ ਇਜ਼ ਦ ਸੁਪਰੀਮ ਮੋਨੀਟਰੀ and banking authority in the country has the responsibility to control the banking system in the country। ਕਹਿੰਦਾ ਜਿਵੇਂ ਆਪਾਂ ਨੇ ਇਹਨੂੰ 3 ਕੈਟਾਗਰੀ 'ਚ ਪੜ੍ਹਿਆ ਕਿ ਇੱਕ ਹੁੰਦਾ ਸੈਂਟਰਲ ਬੈਂਕ, ਇੱਕ ਹੁੰਦਾ ਹੈ ਆਪਣਾ ਕਮਰਸ਼ੀਅਲ ਬੈਂਕ, ਇੱਕ ਹੁੰਦਾ ਕੋਆਪਰੇਟਿਵ ਬੈਂਕ। ਕਹਿੰਦੇ ਕਿਸੇ ਇੱਕ ਹੋਰ ਵੀ ਕਲਾਸੀਫਿਕੇਸ਼ਨ ਹੈ। ਡਨ। ਅਤੇ ਕਲਾਸੀਫਿਕੇਸ਼ਨ 'ਚ ਇਹ 2 ਤਰੀਕੇ ਨਾਲ ਵੰਡਿਆ ਹੋਇਆ ਹੈ। ਜੇ ਆਪਾਂ ਇਕੱਲੇ ਬੈਂਕਸ ਨੂੰ ਦੇਖਣਾ ਚਾਹੀਏ, ਇੱਕ ਹੁੰਦੇ ਸ਼ਡਿਊਲ ਬੈਂਕ, ਇੱਕ ਹੁੰਦੇ ਨੋਨ ਸ਼ਡਿਊਲ ਬੈਂਕ। ਉਹਨਾਂ ਬਾਰੇ ਵੀ ਮੈਂ ਡਿਸਕਸ ਕਰਾਂਗਾ। ਫਿਲਹਾਲ ਤੁਸੀਂ ਹਾਲੇ ਇੰਟਰੋਡਕਸ਼ਨ ਸਮਝੋ,
ਤੁਹਾਨੂੰ ਸ਼ਡਿਊਲ, ਨੋਨ ਸ਼ਡਿਊਲ, ਸੈਂਟਰਲ ਬੈਂਕ, ਕਮਰਸ਼ੀਅਲ ਬੈਂਕ, ਕੋਆਪਰੇਟਿਵ ਬੈਂਕ, ਇਹਨਾਂ ਬਾਰੇ ਸਾਰਿਆਂ ਬਾਰੇ ਜਾਣਕਾਰੀ ਦੇਵਾਂਗਾ। ਡਨ, ਚਿੰਤਾ ਨਹੀਂ ਕਰਨੀ ਤੁਹਾਨੂੰ। ਤੀਜੀ ਗੱਲ ਕਹਿੰਦੇ ਇਟ ਕੀਪਸ ਦੀ ਕੈਸ਼ ਰਿਜ਼ਰਵ ਆਫ ਆਲ ਸ਼ਡਿਊਲ ਬੈਂਕਸ ਹੈਂਸ ਇਜ਼ ਨੋਨ ਐਜ਼ ਦਾ ਰਿਜ਼ਰਵ ਬੈਂਕ। ਕਹਿੰਦੇ ਐਸਾ ਬੈਂਕ ਜੋ ਹਰੇਕ ਸ਼ਡਿਊਲ ਬੈਂਕ ਦਾ ਪੈਸਾ ਇੱਕ ਕੈਸ਼ ਰਿਜ਼ਰਵ ਹੁੰਦਾ ਨਾ, CRR ਕੈਸ਼ ਰਿਜ਼ਰਵ, ਉਹਨਾਂ ਪੈਸਾ ਜੋ ਇੱਕ ਬੈਂਕ ਰਿਜ਼ਰਵ ਕਰਕੇ ਰੱਖਦਾ ਉਸ ਨੂੰ ਕਹਿੰਦੇ ਆਪਾਂ ਰਿਜ਼ਰਵ ਬੈਂਕ। ਕਿ ਰਿਜ਼ਰਵ ਬੈਂਕ ਦੀ ਰਿਸਪੌਂਸਿਬਿਲਟੀ ਹੈ ਕਿ ਉਹ ਸ਼ਡਿਊਲ ਬੈਂਕ ਦਾ ਕੁਝ ਕੁ % ਪੈਸਾ ਉਹ ਆਪਣੇ ਕੋਲ ਰਿਜ਼ਰਵ ਕਰਕੇ ਰੱਖਦਾ ਹੈ ਤਾਂ ਕਿ ਐਮਰਜੈਂਸੀ ਦੇ ਵਕਤ ਤਾਂ ਲਿਕੁਇਡਿਟੀ ਪ੍ਰੋਬਲਮ ਨਾ ਹੋਵੇ, ਠੀਕ ਹੈ, ਪੈਸੇ ਦੀ ਤੰਗੀ ਨਾ ਹੋਵੇ। ਉਸ ਟਾਈਮ 'ਤੇ ਬੈਂਕਾਂ ਕੋਲ ਪੈਸਾ ਹੋਣਾ ਚਾਹੀਦਾ, ਉਸ ਟਾਈਮ 'ਤੇ ਪੈਸਾ ਟਰਾਂਸਫਰ ਹੋ ਸਕਦਾ ਜੇ ਬਾਈ ਚਾਂਸ ਲਿਕੁਇਡਿਟੀ ਪ੍ਰੋਬਲਮ ਆ ਜਾਂਦੀ ਹੈ। ਇਸ ਤੋਂ ਇਲਾਵਾ ਵੀ ਕਾਫੀ ਮਤਲਬ ਟੂਲਸ ਹੁੰਦੇ ਆ ਜਿਹਦੇ ਨਾਲ ਬੈਂਕਿੰਗ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਵਨ ਆਫ ਦ ਐਗਜ਼ਾਮਪਲ ਹੈ CRR ਕੈਸ਼ ਰਿਜ਼ਰਵ ਰੇਸ਼ੋ, ਠੀਕ ਹੈ, ਸਮਝ ਗਏ। ਅਤੇ ਇੱਕ ਨਾਮ ਨਾਲ ਜੇ ਡੈਫੀਨੇਸ਼ਨ ਜਾਣੀ ਹੈ ਕਿ ਰਿਜ਼ਰਵ ਬੈਂਕ ਦਾ ਕੰਮ ਕੀ ਹੈ, ਸਾਰੇ ਬੈਂਕਾਂ ਦਾ ਧਿਆਨ ਰੱਖਣਾ, ਉਹਨਾਂ ਨੂੰ ਰੈਗੂਲੇਟ ਕਰਨਾ, ਠੀਕ ਹੈ, ਉਹਨਾਂ 'ਚ ਜੇ ਕੋਈ ਪ੍ਰੋਬਲਮ ਆ ਜਾਵੇ ਉਹਨਾਂ ਨੂੰ ਸੁਝਾਅ ਦੇਣਾ। ਦੈਨ ਦੋ ਤਰੀਕੇ ਨਾਲ ਉਹ ਸੁਝਾਅ ਦੇ ਸਕਦਾ ਹੈ। ਦੈਨ ਮਤਲਬ ਕਿ ਇੱਕ ਹੁੰਦਾ ਕੁਆਲੀਟੇਟਿਵ ਮੈਜਰਸ, ਇੱਕ ਹੁੰਦਾ ਕੁਆਂਟੀਟੇਟਿਵ ਮੈਜਰਸ। ਕੁਆਂਟੀਟੇਟਿਵ ਮੈਜਰਸ ਹੋ ਗਏ ਰੈਪੋ ਰੇਟ, CRR, ਰਿਵਰਸ ਰੈਪੋ, ਹੈ ਨਾ, ਇਹ ਰੇਟਸ ਹੈ ਜਿਹੜੇ ਜਿਨ੍ਹਾਂ ਬਾਰੇ ਤੁਹਾਨੂੰ ਕਿੱਥੇ ਨਾ ਕਿੱਥੇ ਨਿਊਜ਼ ਵਿੱਚ ਜਾਣਕਾਰੀ ਮਿਲਦੀ ਜਾਂਦੀ ਹੈ ਨਾ। ਆਪਣੇ ਜਿਹੜੇ ਗਵਰਨਰ ਹੈ ਉਹ ਹਰੇਕ ਬਾਈ ਮੰਥਲੀ ਤੁਹਾਨੂੰ ਪੋਲਿਸੀ ਲੈ ਕੇ ਆਉਂਦੇ ਨੇ ਤੁਹਾਡੇ ਸਾਹਮਣੇ, ਤਾਂ ਤੁਹਾਡੇ ਨਾਲ ਡਿਸਕਸ ਕਰਦੇ ਨੇ ਕਿ ਅਸੀਂ ਹੁਣ ਇਹ ਰਿਵਰਸ ਰੈਪੋ ਰੇਟ ਰੱਖਿਆ, ਰੈਪੋ ਰੇਟ ਇਹ ਰੱਖਿਆ, ਹੈ ਨਾ। ਉਹ ਹੁੰਦੇ ਆ ਸਾਰੇ ਕੁਆਂਟੀਟਿਵ ਮੈਜਰਸ। ਕੁਆਲੀਟੇਟਿਵ ਮੈਜਰਸ ਹੁੰਦੇ ਆ ਕਿ ਤੁਹਾਨੂੰ ਸੁਝਾਅ ਦੇਣੇ, ਠੀਕ ਹੈ, ਤੁਹਾਨੂੰ ਰਿਕਮੈਂਡੇਸ਼ਨਸ ਦੇਣੀਆਂ, ਸਮਝ ਗਏ, ਕਿ ਤੁਸੀਂ ਆਪਣੇ ਬੈਂਕ ਨੂੰ ਇਸ ਤਰ੍ਹਾਂ ਆਪਣੇ ਚੇਂਜਸ ਕਰੋ ਤਾਂ ਕਿ ਤੁਹਾਨੂੰ ਇਹ ਅੱਗੇ ਪ੍ਰੋਫਿਟ ਨਜ਼ਰ ਆਏਗਾ, ਕਿ ਤੁਹਾਡੇ ਇਹ ਲੋਸਿਸ ਨਹੀਂ ਹੋਣਗੇ। ਡਨ, ਮਤਲਬ ਕਿ ਸੁਝਾਅ ਦੇਣੇ ਉਹ ਹੁੰਦੇ ਆ ਕੁਆਲੀਟੇਟਿਵ ਮੈਜਰਸ। ਡਨ, ਓਕੇ। ਚਲੋ ਹੁਣ ਆਪਾਂ ਇੱਕ ਚਾਰਟ ਦੇਖਾਂਗੇ ਜਿਹਦੇ ਨਾਲ ਤੁਹਾਨੂੰ ਇਸ ਚੀਜ਼ ਸਮਝ ਆਏਗੀ ਕਿਹੜੇ ਸ਼ਡਿਊਲ ਬੈਂਕ ਹੈ, ਕਿਹੜੇ ਨੋਨ ਸ਼ਡਿਊਲ ਬੈਂਕ ਹੈ। ਡਨ, ਚਲੋ ਮਾਫ ਕਰਨਾ। ਹੁਣ RBI ਕੀ ਹੈ, ਇੱਕ ਤਰ੍ਹਾਂ ਦਾ ਸੈਂਟਰਲ ਬੈਂਕ ਹੈ ਜੋ ਇੱਕ ਪ੍ਰਾਈਮ ਰਿਸਪੌਂਸਿਬਿਲਿਟੀ ਹੈ ਹਰੇਕ ਬੈਂਕਾਂ ਦਾ ਧਿਆਨ ਰੱਖਣ ਦੀ। ਡਨ, ਇੱਕ ਤਰ੍ਹਾਂ ਦਾ ਮੋਨੀਟਰੀ ਅਥਾਰਟੀ ਹੈ, ਓਕੇ। ਇਸ ਦੇ ਅੰਡਰ ਆਉਂਦੇ ਨੇ ਸ਼ਡਿਊਲ ਬੈਂਕਸ ਆਉਂਦੇ ਨੇ ਅਤੇ ਨੋਨ ਸ਼ਡਿਊਲਸ ਬੈਂਕਸ ਆਉਂਦੇ ਨੇ। ਸ਼ਡਿਊਲ ਬੈਂਕ ਦੇ ਅੰਡਰ ਆਉਂਦੇ ਆ ਕਮਰਸ਼ੀਅਲ ਬੈਂਕਸ, ਠੀਕ ਹੈ, ਅਤੇ ਨੋਨ ਸ਼ਡਿਊਲ ਬੈਂਕਸ ਦੇ ਅੰਡਰ ਆਉਂਦੇ ਨੇ ਕੋਆਪਰੇਟਿਵ ਬੈਂਕਸ। ਹੁਣ ਤੁਹਾਨੂੰ ਇਹ ਚੀਜ਼ ਪਤਾ ਲੱਗ ਗਈ, ਤੁਸੀਂ ਐਗਜ਼ਾਮ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਦਾ ਦੇਣ ਜਾ ਰਹੇ ਹੋ, ਤੁਹਾਨੂੰ ਪੁੱਛ ਲਿਆ ਜਾਵੇ ਜਿਹੜਾ ਤੁਹਾਡਾ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਹੈ ਉਹ ਕਿਸ ਦੇ ਅੰਡਰ ਆਉਂਦਾ, ਉਹ ਆਉਂਦਾ ਨੋਨ ਸ਼ਡਿਊਲ ਬੈਂਕਸ ਦੇ ਅੰਡਰ ਆਉਂਦਾ। ਪਤਾ ਨਾ, ਇੱਕ MCQs ਬਣ ਚੁੱਕਾ ਤੁਹਾਡੇ ਸਾਹਮਣੇ, ਓਕੇ। ਹੁਣ ਕਮਰਸ਼ੀਅਲ ਬੈਂਕ ਦੇ ਅੰਡਰ ਕਿਹੜੇ ਕਿਹੜੇ ਬੈਂਕ ਆ ਜਾਂਦੇ ਆ, ਪਬਲਿਕ ਸੈਕਟਰ ਬੈਂਕ ਆ ਜਾਂਦੇ ਆ ਜੋ ਗੌਰਮੈਂਟ ਦੇ ਅਧੀਨ ਹੁੰਦੇ ਆ, SBI, ਦੈਨ ਇੰਡੀਅਨ ਬੈਂਕ, ਬੈਂਕ ਆਫ ਇੰਡੀਆ, OBC, PNB, ਹੈ ਨਾ। ਇਹ ਸਾਰੇ ਬੈਂਕ ਜਿਹੜੇ ਪਬਲਿਕ ਸੈਕਟਰ ਬੈਂਕ ਹੁੰਦੇ ਆ। ਪ੍ਰਾਈਵੇਟ ਸੈਕਟਰ ਬੈਂਕ, ਦੈਨ ਪ੍ਰਾਈਵੇਟ ਸੈਕਟਰ ਬੈਂਕ ਹੋ ਗਏ ICICI, ਦੈਨ HDFC, ਇਸ ਤਰ੍ਹਾਂ ਦੇ ਬੈਂਕ, ਇੰਦਲਸ ਬੈਂਕ ਹੋ ਗਿਆ, ਠੀਕ ਹੈ। ਇਸ ਤਰ੍ਹਾਂ ਦੇ ਬੈਂਕ ਜੋ ਪ੍ਰਾਈਵੇਟ ਸੈਕਟਰ ਦੇ ਹੁੰਦੇ ਆ। ਅਤੇ ਪ੍ਰਾਈਵੇਟ ਸੈਕਟਰ ਦੇ ਅੰਡਰ ਵੀ ਕੁਝ ਇੰਡੀਅਨ ਬੈਂਕਸ ਹੋ ਸਕਦੇ ਆ, ਕੁਝ ਫੋਰਨ ਬੈਂਕਸ ਵੀ ਹੋ ਸਕਦੇ ਆ, ਸਮਝ ਗਏ, ਕਿਉਂਕਿ ਫੋਰਨ ਬੈਂਕਸ ਦੇ ਵੀ ਬ੍ਰਾਂਚਿਸ ਉਰੇ ਸਾਨੂੰ ਦੇਖਣ ਨੂੰ ਮਿਲ ਜਾਂਦੀ ਹੈ। ਤੀਜਾ ਕਮਰਸ਼ੀਅਲ ਬੈਂਕ ਹੋ ਗਿਆ RRB, ਠੀਕ ਹੈ, ਜਿਹਦੇ ਪੋਸਟਾਂ ਨਿਕਲਦੀਆਂ ਹਰੇਕ ਸਾਲ, ਰੀਜਨਲ ਰੂਰਲ ਬੈਂਕਸ। ਦੈਨ ਇਹ ਤਿੰਨ ਤਰ੍ਹਾਂ ਦੇ ਬੈਂਕ ਜਿਹੜੇ ਆ ਉਹ ਕਮਰਸ਼ੀਅਲ ਬੈਂਕਸ ਦੇ ਅੰਡਰ ਆਉਂਦੇ ਨੇ। ਦੂਜੇ ਕੋਆਪਰੇਟਿਵ ਬੈਂਕਸ, ਠੀਕ ਹੈ, ਜੋ ਨੋਨ ਸ਼ਡਿਊਲ ਦੇ ਅੰਡਰ ਆਉਂਦੇ ਨੇ। ਦੈਨ ਨੋਨ ਸ਼ਡਿਊਲ ਦੇ ਅੰਡਰ ਕਿਹੜੇ ਕਿਹੜੇ ਬੈਂਕ ਆ ਜਾਂਦੇ ਨੇ, ਸਟੇਟ ਕੋਆਪਰੇਟਿਵ ਬੈਂਕ ਆ ਜਾਂਦੇ ਨੇ, ਵਨ ਆਫ ਦ ਐਗਜ਼ਾਮਪਲ ਆਪਣਾ ਪੰਜਾਬ ਸਟੇਟ ਕੋਆਪਰੇਟਿਵ ਬੈਂਕ। ਦੈਨ ਦੂਜੇ ਆ ਜਾਂਦੇ ਨੇ ਸੈਂਟਰਲ ਕੋਆਪਰੇਟਿਵ ਬੈਂਕਸ ਆ ਜਾਂਦੇ ਨੇ, ਠੀਕ ਹੈ, ਜੋ ਸੈਂਟਰਲ ਦੇ ਅਧੀਨ ਹੁੰਦੇ ਨੇ, ਯੂਨੀਅਨ ਸੈਂਟਰਲ ਆਪਣੀ ਜਿਹੜੀ ਮੋਦੀ ਸਰਕਾਰ ਹੈ ਉਸ ਦੇ ਅਧੀਨ ਹੁੰਦੇ ਨੇ। ਕੁਝ ਹੁੰਦੇ ਨੇ ਪ੍ਰਾਈਮ ਕ੍ਰੈਡਿਟ ਸੁਸਾਇਟੀਜ਼ ਹੁੰਦੀਆਂ, ਠੀਕ ਹੈ। ਉਹ ਸਾਰੇ ਤਿੰਨ ਤਰ੍ਹਾਂ ਦੇ ਜਿਹੜੇ ਬੈਂਕ ਨੇ ਉਹ ਨੋਨ ਸ਼ਡਿਊਲ ਬੈਂਕਸ ਹੁੰਦੇ ਨੇ। ਡਨ, ਸਮਝ ਗਏ। ਚਲੋ ਅੱਗੇ ਦੇਖਦੇ ਹਾਂ ਆਪਾਂ। ਹੁਣ ਇਹਨਾਂ ਨੂੰ ਆਪਾਂ ਇੱਕੋ ਵਾਰੀ, ਇੱਕ ਤਾਂ ਚਾਰਟ ਨੇ ਤੁਹਾਨੂੰ ਸਮਝਾਤਾ, ਹੁਣ ਤੁਹਾਨੂੰ ਇੱਕੋ ਵਾਰੀ ਤੁਹਾਨੂੰ ਮੈਂ ਸਮਝਾਈ ਜਾਵਾਂਗਾ ਇੱਕ ਡੈਫੀਨੇਸ਼ਨ ਨਾਲ ਕਿ ਸ਼ਡਿਊਲ, ਨੋਨ ਸ਼ਡਿਊਲ ਬੈਂਕ ਕਿਹੜੇ ਐਕਟ ਦੇ ਅੰਡਰ ਆਉਂਦੇ ਨੇ, ਕੀ ਹੈ ਉਹਨਾਂ ਦਾ ਕੰਮ, ਠੀਕ ਹੈ। A bank is said to be scheduled bank when it has the paid up capital and reserves as per the prescriptions of RBI and is included in the second schedule of the RBI Act 1934। ਧਿਆਨ 'ਚ ਰੱਖੋ, ਕਹਿੰਦੇ ਉਹ ਸਾਰੇ ਸ਼ਡਿਊਲ ਬੈਂਕ, ਠੀਕ ਹੈ, ਉਹ ਸਾਰੇ ਇਕੱਲੇ ਸ਼ਡਿਊਲ ਬੈਂਕਾਂ ਦੀ ਗੱਲ ਕਰ ਰਿਹਾ ਹਾਲੇ ਮੈਂ, ਉਹ ਸਾਰੇ ਸ਼ਡਿਊਲ ਬੈਂਕ ਜਿਨ੍ਹਾਂ ਦੀ ਪੇਡ ਅਪ ਕੈਪੀਟਲ ਅਤੇ ਜਿਨ੍ਹਾਂ ਦੇ ਰਿਜ਼ਰਵ RBI ਦੁਆਰਾ ਮਤਲਬ ਡਿਫਾਈਨ ਹੁੰਦੇ ਨੇ ਕਿ ਉਹਨਾਂ ਦੀ ਇੰਨੀ ਪੇਡ ਅਪ ਕੈਪੀਟਲ ਹੋਣੀ ਚਾਹੀਦੀ ਹੈ ਅਤੇ ਇੰਨੇ ਉਹਨਾਂ ਦੇ ਰਿਜ਼ਰਵਸ ਹੋਣੇ ਚਾਹੀਦੇ ਹੈ, ਠੀਕ ਹੈ। ਉਹ ਬੈਂਕਸ ਕਿਹੜੇ ਹੋਣਗੇ, ਸ਼ਡਿਊਲ ਬੈਂਕਸ ਹੋਣਗੇ। ਅਤੇ ਦੂਜੀ ਗੱਲ, ਉਹ ਸਾਰੇ ਸ਼ਡਿਊਲ ਬੈਂਕ, ਠੀਕ ਹੈ, ਜੋ ਸੈਕੰਡ ਸ਼ਡਿਊਲ ਆਫ RBI ਐਕਟ, RBI ਕਾਨੂੰਨ ਆਇਆ ਪਿਆ ਨਾ ਆਪਣਾ, ਜਿਹੜਾ ਆਪਾਂ ਨੇ ਪਿਛਲੇ ਹਿਸਟਰੀ 'ਚ ਪੜ੍ਹਿਆ ਸੀ 1934, ਉਸ ਦੇ ਅਧੀਨ ਇੱਕ ਸੈਕੰਡ ਸ਼ਡਿਊਲ ਹੈ ਜਿਸ ਦੇ ਅੰਡਰ ਇਹ ਸਾਰੇ ਸ਼ਡਿਊਲ ਬੈਂਕਸ ਆਉਂਦੇ ਨੇ, ਠੀਕ ਹੈ। ਹੁਣ ਆਪਾਂ ਨੂੰ ਕਦੇ ਵੀ ਕੋਈ ਪੁੱਛ ਲੇ ਕਿ ਸ਼ਡਿਊਲ ਬੈਂਕਸ ਕਿਹੜੇ ਨੇ, ਸ਼ਡਿਊਲ ਬੈਂਕਸ ਉਹ ਬੈਂਕ ਨੇ ਜੋ RBI ਦੁਆਰਾ ਡਿਫਾਈਨ ਹੁੰਦੇ ਨੇ, ਕਿ RBI ਇਹ ਦੱਸਦੀ ਹੈ ਕਿ ਉਹਨਾਂ ਦੀ ਜਿਹੜੀ ਪੇਡ ਅਪ ਕੈਪੀਟਲ ਹੈ ਇੰਨੀ ਹੋਣੀ ਚਾਹੀਦੀ ਹੈ
ਤੇ ਉਹਨਾਂ ਦੇ ਜਿਹੜੇ ਰਿਜ਼ਰਵਸ ਹੈ ਇੰਨੇ ਹੋਣੇ ਚਾਹੀਦੇ ਆ। ਉਹ ਸਾਰੇ ਕਿਹੜੇ ਬੈਂਕ ਹੋਣਗੇ? ਸ਼ਡਿਊਲ ਬੈਂਕ ਹੋਣਗੇ। ਦੂਜਾ ਪੁਆਇੰਟ ਕਿ ਐਸੇ ਸਾਰੇ ਬੈਂਕ ਜੋ RBI ਐਕਟ 1934 ਦੇ ਸੈਕੰਡ ਸ਼ਡਿਊਲ ਦੇ ਅਧੀਨ ਆਉਂਦੇ ਹੋਣ, ਉਹ ਸਾਰੇ ਬੈਂਕ ਕਿਹੜੇ ਹੋਣਗੇ? ਸ਼ਡਿਊਲ ਬੈਂਕ ਹੋਣਗੇ। ਸਮਝ ਗਏ? ਡਨ। ਕਿਉਂਕਿ ਇਸ ਦੀ ਆਪਾਂ ਜ਼ਿਆਦਾ ਡੈਫੀਨੇਸ਼ਨ 'ਚ ਨਹੀਂ ਜਾਣਾ, ਤੁਹਾਨੂੰ ਸਾਫ਼ ਦੇਖਣ ਨੂੰ ਮਿਲਦਾ ਸ਼ਡਿਊਲ ਬੈਂਕ ਕਿਹੜੇ ਹੋ ਸਕਦੇ ਨੇ। SBI ਕੀ ਹੈ? ਸ਼ਡਿਊਲ ਬੈਂਕ ਹੈ। ਡਨ। ਕੋਈ ਪ੍ਰਾਈਵੇਟ ਬੈਂਕ ਹੈ? ਸ਼ਡਿਊਲ ਬੈਂਕ ਹੈ। ਸਮਝ ਗਏ? RRB ਕੀ ਹੈ? ਸ਼ਡਿਊਲ ਬੈਂਕ ਹੈ। ਡਨ। ਮਗਰ ਜੇ ਗੱਲ ਆ ਜੇ ਕੋਆਪਰੇਟਿਵ ਬੈਂਕ ਦੀ, ਉਹ ਸ਼ਡਿਊਲ ਬੈਂਕ ਨਹੀਂ ਹੈ, ਉਹ ਨੋਨ ਸ਼ਡਿਊਲ ਬੈਂਕ ਹੈ। ਠੀਕ ਹੈ। ਹੁਣ ਨੋਨ ਸ਼ਡਿਊਲ ਬੈਂਕ ਉਹ ਬੈਂਕ ਹੁੰਦੇ ਨੇ ਜੋ ਸੈਕੰਡ ਸ਼ਡਿਊਲ ਆਫ RBI ਐਕਟ 1934 ਦੇ ਅੰਡਰ ਨਹੀਂ ਆਉਂਦੇ ਨੇ। ਸਮਝ ਗਏ? ਜਿਹੜਾ ਆਪਣਾ ਕਾਨੂੰਨ ਹੈ RBI ਐਕਟ 1934, ਉਸਦੇ ਅੰਦਰ ਜਿਹੜੀ ਸੈਕੰਡ ਸ਼ਡਿਊਲ ਹੈ ਉਸਦੇ ਲਿਸਟ ਵਿੱਚ ਜਿਹੜੇ ਬੈਂਕਸ ਹੁੰਦੇ ਨੇ, ਠੀਕ ਹੈ, ਉਹਨਾਂ ਬੈਂਕਾਂ ਵਿੱਚੋਂ ਜੋ ਬੈਂਕ ਉਸਦੇ ਅਧੀਨ ਨਹੀਂ ਹੁੰਦੇ, ਉਹ ਸਾਰੇ ਬੈਂਕ ਕਿਹੜੇ ਹੋ ਜਾਣਗੇ? ਨੋਨ ਸ਼ਡਿਊਲ ਬੈਂਕ ਹੋ ਜਾਣਗੇ, ਜੋ ਸੈਕੰਡ ਸ਼ਡਿਊਲ ਆਫ RBI ਐਕਟ 1934 ਦੇ ਅਧੀਨ ਨਹੀਂ ਆਉਂਦੇ। ਅੱਗੇ ਗੱਲ ਕਰਦੇ ਹਾਂ ਰਿਜ਼ਰਵ ਬੈਂਕ ਆਫ ਇੰਡੀਆ। ਇਹ ਕਦੋਂ ਸਥਾਪਿਤ ਕੀਤਾ ਗਿਆ? ਪਿਛਲੇ ਆਪਾਂ ਹਿਸਟਰੀ 'ਚ ਪੜ੍ਹਿਆ, 1935 'ਚ ਸਥਾਪਿਤ ਕੀਤਾ ਗਿਆ। ਡਨ। ਕਿਸ ਕਾਨੂੰਨ ਦੁਆਰਾ? RBI ਐਕਟ 1934 ਦੁਆਰਾ। ਡਨ। ਪਹਿਲੇ ਸ਼ੁਰੂਆਤ ਵਿੱਚ ਇਹ ਪ੍ਰਾਈਵੇਟ ਬੈਂਕ ਸੀ। ਯਾਦ ਰੱਖਣਾ, ਕਦੇ ਪੁੱਛ ਲਿਆ ਜਾਵੇ ਕਿ RBI ਪਹਿਲੇ ਸ਼ੁਰੂਆਤ 'ਚ ਪ੍ਰਾਈਵੇਟ ਬੈਂਕ ਸੀ ਜਾਂ ਨਹੀਂ ਸੀ। ਇਸ ਤਰ੍ਹਾਂ ਦਾ MCQ ਪੁੱਛਿਆ ਜਾ ਸਕਦਾ ਹੈ। ਠੀਕ ਹੈ। ਸਿੰਪਲ ਕੁਐਸਚਨ ਹੈ, ਮਗਰ ਕਨਫਿਊਜ਼ ਹੋ ਸਕਦੇ ਹੋ ਤੁਸੀਂ। ਕਨਫਿਊਜ਼ ਨਹੀਂ ਹੋਣਾ। ਇਸ ਤਰ੍ਹਾਂ ਦਾ MCQ ਆ ਸਕਦਾ ਹੈ ਕਿ ਇਹ ਪ੍ਰਾਈਵੇਟ ਬੈਂਕ ਸੀ ਜਾਂ ਨਹੀਂ ਸੀ। ਹਾਂਜੀ, ਇਹ ਪ੍ਰਾਈਵੇਟ ਬੈਂਕ ਸੀ। ਡਨ। ਠੀਕ ਹੈ। ਫਿਲਹਾਲ ਦੀ ਘੜੀ ਦੀ ਆਪਾਂ ਗੱਲ ਕਰੀਏ, ਉਸ ਟਾਈਮ ਦੀ ਵੀ ਘੜੀ ਗੱਲ ਕਰੀਏ, ਜਿਹੜਾ ਉਸ ਟਾਈਮ ਹਿਸਟਰੀ ਵਿੱਚ ਜਦੋਂ ਆਪਾਂ 1935 ਐਕਟ ਵਿੱਚ ਇਹ ਬੈਂਕ ਲਿਆਉਂਦਾ ਹੀ ਕਿਉਂ ਗਿਆ? ਤਾਂ ਕਿ ਇਸ ਨੂੰ ਰੈਗੂਲੇਟ ਕੀਤਾ ਜਾ ਸਕੇ, ਤਾਂ ਕਿ ਇਸ ਨੂੰ ਕੰਟਰੋਲ ਕੀਤਾ ਜਾ ਸਕੇ। ਠੀਕ ਹੈ। ਮਤਲਬ ਕਿ ਕਿਹਨਾਂ ਨੂੰ ਰੈਗੂਲੇਟ ਕੀਤਾ ਜਾ ਸਕੇ, ਕਿਹਨਾਂ ਨੂੰ ਕੰਟਰੋਲ ਕੀਤਾ ਜਾ ਸਕੇ? ਉਹ ਸਾਰੇ ਬੈਂਕ ਜੋ ਉਸ ਟਾਈਮ 'ਤੇ ਪਰਫਾਰਮ ਕਰ ਰਹੇ ਸੀ। ਠੀਕ ਹੈ। ਉਸ ਟਾਈਮ 'ਤੇ ਜੋ ਬੈਂਕ ਚੱਲ ਰਹੇ ਸੀ, ਉਹਨਾਂ ਨੂੰ ਰੈਗੂਲੇਟ ਕਰਨਾ, ਉਹਨਾਂ ਨੂੰ ਕੰਟਰੋਲ ਕਰਨਾ ਇੱਕ ਤਰੀਕੇ ਦਾ RBI ਦਾ ਕੰਮ ਬਣ ਚੁੱਕਾ ਸੀ। ਸਮਝ ਗਏ? ਤਾਂ ਇਸ ਤਰੀਕੇ ਨਾਲ ਇਸ ਨੂੰ ਇੱਕ ਡੈਫੀਨੇਸ਼ਨ ਨਾਲ ਹੋਰ ਵੀ ਜਾਣਦੇ ਆਪਾਂ, ਬੀਇੰਗ ਦੀ ਬੈਂਕਰ ਆਫ ਦੀ ਗਵਰਨਮੈਂਟ। ਠੀਕ ਹੈ। ਇੱਕ ਤਰ੍ਹਾਂ ਦਾ ਗਵਰਨਮੈਂਟ ਦਾ ਵੀ ਇਹ ਬੈਂਕਰ ਹੈ। ਕਿਵੇਂ ਬੈਂਕਰ ਹੈ? ਹੁਣ ਹੀ ਆਪਾਂ ਨੇ ਰੀਸੈਂਟਲੀ ਆਪਾਂ ਨੇ ਇੱਕ ਆਪਣੀ ਕਰੰਟ ਅਫੇਅਰ ਦੀ ਨਿਊਜ਼ ਸਾਹਮਣੇ ਨਿਕਲ ਕੇ ਆਈ ਕਿ RBI ਨੇ 50,000 ਕਰੋੜ ਰੁਪਇਆ ਹੈਲਥ ਸੈਕਟਰ ਲਈ ਟਰਾਂਸਫਰ ਕੀਤਾ ਹੈ ਨਾ। ਤਾਂ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਇਹ ਬੈਂਕਰ ਹੈ ਗਵਰਨਮੈਂਟ ਦਾ। ਸਮਝ ਗਏ? ਇਹ ਬੈਂਕਰ ਹੈ ਗਵਰਨਮੈਂਟ ਦਾ। ਡਨ। ਆਪਣਾ ਜਿਹੜਾ RBI ਹੁੰਦਾ ਹੈ, RBI ਕਿਸ ਦੇ ਅਧੀਨ ਹੈ? ਗਵਰਨਮੈਂਟ ਦੇ ਅਧੀਨ ਹੈ। ਠੀਕ ਹੈ। ਗਵਰਨਮੈਂਟ ਦੀ ਜਿਹੜੀ ਸ਼ੇਅਰ ਹੋਲਡਿੰਗ ਹੈ ਉਹ ਸਭ ਤੋਂ ਜ਼ਿਆਦਾ RBI ਵਿੱਚ ਹੈ। ਠੀਕ ਹੈ। ਇਸ ਦਾ ਮਤਲਬ ਗਵਰਨਮੈਂਟ ਦੇ ਅਧੀਨ ਹੈ। ਤਾਂ ਗਵਰਨਮੈਂਟ ਨੂੰ ਜੋ RBI ਪੈਸਾ ਕਮਾਉਂਦੀ ਹੈ, ਠੀਕ ਹੈ, ਜੋ RBI ਦਾ ਰੈਵਨਿਊ ਹੁੰਦਾ, ਪ੍ਰੋਫਿਟ ਹੁੰਦਾ ਜਿਹੜਾ, ਠੀਕ ਹੈ, ਉਸ ਤੋਂ ਜਿਹੜਾ ਸਰਪਲਸ ਪੈਸਾ ਹੁੰਦਾ, ਉਸ ਦੇ ਹੱਕਦਾਰ ਕੌਣ ਹੈ? ਰਿਜ਼ਰਵ ਬੈਂਕ ਆਫ ਇੰਡੀਆ। ਸੌਰੀ, ਮਾਫ ਕਰਨਾ, ਉਸਦਾ ਹੱਕਦਾਰ ਕੌਣ ਹੈ? ਗਵਰਨਮੈਂਟ ਹੈ, ਸੈਂਟਰਲ ਗਵਰਨਮੈਂਟ ਹੈ। ਸਮਝ ਗਏ? ਤੇ ਇਹ ਇੱਕ ਮਤਲਬ ਪ੍ਰੋਪਰ ਰੇਸ਼ੋ 'ਚ ਡਿਫਾਈਨ ਹੁੰਦਾ ਹੈ ਕਿ ਕਿੰਨੇ ਪਰਸੈਂਟ, ਠੀਕ ਹੈ, ਕਿੰਨੇ ਪਰਸੈਂਟ ਜਾਂ ਰੇਸ਼ੋ ਵਿੱਚ ਕਿ ਜਿਹੜਾ ਪੈਸਾ ਹੈ ਸੈਂਟਰਲ ਗਵਰਨਮੈਂਟ ਕੋਲ ਜਾਏਗਾ। ਸਾਰਾ ਪੈਸਾ ਸੈਂਟਰਲ ਗਵਰਨਮੈਂਟ ਕੋਲ ਨਹੀਂ ਜਾਂਦਾ, ਕਿਉਂਕਿ RBI ਨੂੰ ਆਪਣੀ ਐਮਰਜੈਂਸੀ ਹਾਲਾਤਾਂ ਲਈ ਵੀ ਸਾਨੂੰ ਪੈਸਾ ਰੱਖਣਾ ਪੈਂਦਾ ਹੀ ਹੈ। ਬਟ ਉਹਨਾਂ ਹਾਲਾਤਾਂ ਲਈ ਪੈਸਾ ਰੱਖਣ ਤੋਂ ਬਾਅਦ ਜੋ ਪੈਸਾ ਬਚ ਗਿਆ, ਉਹ ਸਾਰਾ ਪੈਸਾ ਕਿਸ ਕੋਲ ਚਲਾ ਜਾਂਦਾ ਹੈ? ਸੈਂਟਰਲ ਗਵਰਨਮੈਂਟ ਕੋਲ ਚਲਾ ਜਾਂਦਾ ਹੈ। ਸਮਝ ਗਏ? ਤੁਸੀਂ ਪਿਛਲੇ ਕੁਝ ਸਾਲਾਂ ਤੋਂ ਜੇ ਨਿਊਜ਼ ਫੋਲੋ ਕਰਦੇ ਆ ਰਹੇ ਹੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਨਾਲ ਹਰੇਕ ਸਾਲ ਸਾਨੂੰ ਦੇਖਣ ਨੂੰ ਮਿਲਦਾ ਕਿ ਪੈਸਾ ਟਰਾਂਸਫਰ ਹੋਇਆ ਜਾ ਰਿਹਾ। ਡਨ। ਸਮਝ ਗਏ? ਇਸ ਲਈ ਇੱਕ ਕਮੇਟੀ ਵੀ ਆਈ ਸੀ, ਉਹਦੀ ਤੁਸੀਂ ਮੈਨੂੰ ਦੱਸਣਾ ਕਿਹੜੀ ਕਮੇਟੀ ਸੀ ਜਿਸ ਨੇ ਡਿਫਾਈਨ ਕੀਤਾ ਸੀ ਕਿ ਤੁਹਾਨੂੰ ਕਿੰਨੇ ਪਰਸੈਂਟ ਪੈਸਾ ਇਹ ਟਰਾਂਸਫਰ ਕਰਨਾ ਹੀ ਕਰਨਾ। ਸਮਝ ਗਏ? ਚਲੋ, ਆਪਾਂ ਨੇ ਕਿਹਾ ਕਿ RBI ਇੱਕ ਪ੍ਰਾਈਵੇਟ ਬੈਂਕ ਸੀ। ਡਨ। ਸਮਝ ਗਏ? ਫਿਰ ਇਹ ਨੈਸ਼ਨਲਾਈਜੇਸ਼ਨ ਕਦੋਂ ਬਣਿਆ, ਇਸ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। 1949। ਤੁਹਾਨੂੰ ਘੁਮਾ ਕੇ ਪੁੱਛ ਸਕਦਾ ਹੈ 48, 47, 46, ਇਸ ਤਰ੍ਹਾਂ ਦੇ ਮਤਲਬ ਕੁਐਸਚਨ 'ਚ ਪਾ ਸਕਦਾ। ਤੁਹਾਨੂੰ ਯਾਦ ਰੱਖਣਾ ਹੈ ਇਸ ਨੂੰ, ਬੈਂਕ ਨੂੰ ਗਵਰਨਮੈਂਟ ਦੇ ਅਧੀਨ ਕਦੋਂ ਲਿਆਉਂਦਾ ਗਿਆ। ਡਨ। ਸਰਕਾਰੀ ਕਦੋਂ ਬਣਾਇਆ ਗਿਆ? 1949 'ਚ ਬਣਾਇਆ ਗਿਆ। ਡਨ। ਉਦੋਂ ਇਹ ਸੈਂਟਰਲ ਬੈਂਕਿੰਗ ਬੋਡੀ ਬਣ ਚੁੱਕੀ ਸੀ ਇੰਡੀਆ ਦੀ। ਡਨ। ਸਮਝ ਗਏ? ਇਟ ਡਿਡ ਨਾਟ ਰਿਮੇਨ ਅ ਬੈਂਕ ਇਨ ਦਾ ਟੈਕਨੀਕਲ ਸੈਂਸ ਸਿੰਸ ਦੈਨ ਦਾ ਗਵਰਨਮੈਂਟ ਹੈਵ ਬੀਨ ਹੈਂਡਿੰਗ ਓਵਰ ਦੀ ਡਿਫਰੈਂਟ ਫੰਕਸ਼ਨਸ ਟੂ RBI ਵਿਚ ਸਟੈਂਡ ਟੂਡੇ ਹੈਜ਼ ਅ ਗਿਵਨ ਬਿਲੋ। ਸਮਝ ਗਏ? ਮਤਲਬ ਕਿ ਜੇ ਆਪਾਂ ਗੱਲ ਕਰੀਏ ਇੱਕ ਤਰ੍ਹਾਂ ਦਾ ਇਹ ਬੈਂਕਰ ਹੈ। RBI ਕੀ ਹੈ? ਰਿਜ਼ਰਵ ਬੈਂਕ ਆਫ ਇੰਡੀਆ ਇੱਕ ਤਰ੍ਹਾਂ ਦਾ ਬੈਂਕਰ ਹੈ ਗਵਰਨਮੈਂਟ ਦਾ। ਠੀਕ ਹੈ। ਅਤੇ ਇੱਕ ਤਰ੍ਹਾਂ ਦਾ ਮਤਲਬ ਸਾਰੇ ਬੈਂਕਾਂ ਦਾ ਅਧੀਨ ਹੈ। ਤਾਂ ਜੇ ਆਪਾਂ ਨੋਰਮਲੀ ਗੱਲ ਕਰੀਏ RBI ਬਾਰੇ, ਮਤਲਬ ਕਿ ਕਿਸੇ ਕਸਟਮਰ ਲਈ ਇਹ ਬੈਂਕਰ ਨਹੀਂ ਹੋ ਸਕਦਾ। ਠੀਕ ਹੈ। ਇਹ ਸਾਰੇ ਜਿਹੜੇ ਸਾਡੇ ਬੈਂਕਸ ਹੈ ਉਹਨਾਂ ਲਈ ਇਹ ਇੱਕ ਵੱਡਾ ਬੈਂਕ ਹੋ ਸਕਦਾ ਹੈ ਕਿ ਸਾਡਾ ਹੈੱਡ ਕੌਣ ਹੈ? RBI ਹੈ। ਡਨ। ਸਮਝ ਗਏ ਨਾ? ਤੁਹਾਡੇ ਜਿਹੜੇ ਖਾਤੇ ਆ ਨੋਰਮਲ ਬੈਂਕਾਂ 'ਚ ਤੁਹਾਨੂੰ ਦੇਖਣ ਨੂੰ ਮਿਲਣਗੇ। ਸਮਝ ਗਏ? ਤੁਹਾਨੂੰ ਨੋਰਮਲ ਬੈਂਕਾਂ ਵਿੱਚ ਦੇਖਣ ਨੂੰ ਮਿਲਣਗੇ। ਬਟ ਜਿਹੜਾ RBI ਦਾ ਫੰਕਸ਼ਨ ਆ, ਉਹ ਤੁਹਾਡੇ ਜਿਹੜੇ ਬੈਂਕਸ ਹਨ ਜਿੱਥੇ ਤੁਹਾਡੇ ਅਕਾਊਂਟਸ ਪਏ ਹੈ ਉਹਨਾਂ ਦੀ ਨਿਗਰਾਨੀ ਕਰਨਾ, ਉਹਨਾਂ ਨੂੰ ਮੋਨੀਟਰ ਕਰਨਾ, ਉਹਨਾਂ ਦੀ ਰੈਗੂਲੇਸ਼ਨ ਕਰਨਾ। ਸਮਝ ਗਏ? ਓਕੇ। ਇਹਦਾ ਫੰਕਸ਼ਨ ਅਲੱਗ ਹੈ। ਗਵਰਨਮੈਂਟ ਨੇ ਇਸ ਦੇ ਹੱਥ ਅਲੱਗ-ਅਲੱਗ ਫੰਕਸ਼ਨ ਦਿੱਤੇ ਹੋਏ ਨੇ, ਬਹੁਤ ਸਾਰੇ ਫੰਕਸ਼ਨ ਦਿੱਤੇ ਹੋਏ ਨੇ, ਜਿਨ੍ਹਾਂ 'ਚੋਂ ਅੱਜ ਮੈਂ ਕੁਝ ਤੁਹਾਡੇ ਨਾਲ ਡਿਸਕਸ ਕਰਾਂਗਾ।
ਸਭ ਤੋਂ ਪਹਿਲਾ ਫੰਕਸ਼ਨ ਇਹ ਦਿੱਤਾ ਹੋਇਆ ਹੈ ਕਿ ਇਸ਼ੂ ਕਰਦਾ ਕਰੰਸੀ ਨੂੰ, ਠੀਕ ਹੈ, ਇੱਕ ਤਰ੍ਹਾਂ ਦੀ ਇਸ਼ੂ ਏਜੰਸੀ ਹੈ। ਇਟ ਇਜ਼ ਦੀ ਇਸ਼ੂ ਏਜੰਸੀ ਆਫ ਦੀ ਕਰੰਸੀ ਐਂਡ coin other than rupee, one currency and coin which are the issue by Ministry of Finance itself with the signature of the finance secretary on the note। ਕਹਿੰਦੇ ਇਸ ਦਾ ਸਭ ਤੋਂ ਵੱਡਾ ਕੰਮ ਕੀ ਹੈ ਕਿ ਆਪਾਂ ਜੇ ਗੱਲ ਕਰੀਏ ਇੱਕ ਤਰ੍ਹਾਂ ਦੀ ਇਸ਼ੂ ਏਜੰਸੀ ਹੈ, ਕਾਦੀ, ਕਰੰਸੀ ਦੀ ਤੇ ਕੋਇਨਸ ਦੀ, ਡਨ। ਬਟ 1 ਰੁਪਏ ਨੂੰ ਛੱਡ ਕੇ, 1 ਰੁਪਏ ਨੂੰ ਛੱਡ ਕੇ ਬਾਕੀ ਸਾਰੀ ਕਰੰਸੀ ਤੇ ਕੋਇਨਸ ਕੌਣ ਇਸ਼ੂ ਕਰਦਾ? ਮਿਨਿਸਟਰੀ ਆਫ ਫਾਈਨੈਂਸ ਇਸ਼ੂ ਕਰਦਾ, ਠੀਕ ਹੈ। ਤੇ ਉਸ ਦੇ ਉੱਪਰ ਸਾਈਨ ਕਿਹਦੇ ਹੁੰਦੇ ਆ? ਫਾਈਨੈਂਸ ਸੈਕਟਰੀ ਦੇ ਹੁੰਦੇ ਆ। ਯਾਦ ਰੱਖਣਾ ਇਸ ਗੱਲ ਨੂੰ। ਇਹ MCQ 'ਚ ਹੈ, ਸਿੰਪਲ ਕੁਐਸਚਨ ਹੈ, ਬਟ ਇਹ MCQ 'ਚ ਪੁੱਛਿਆ ਜਾਂਦਾ ਕਿਉਂਕਿ ਸਾਡੇ ਦਿਮਾਗ 'ਚ ਕਈ ਵਾਰੀ ਇਹ ਗੱਲਾਂ ਨਹੀਂ ਰਹਿੰਦੀਆਂ। ਉਸ ਤੋਂ ਬਾਅਦ ਦੂਜਾ ਕੰਮ ਕੀ ਹੈ ਇਹਦਾ? ਡਿਸਟਰੀਬਿਊਟਿੰਗ ਦੀ ਏਜੰਟ ਆਫ ਕਰੰਸੀ ਐਂਡ ਕੋਇਨਸ ਇਸ਼ੂ ਬਾਈ ਦੀ ਗਵਰਨਮੈਂਟ ਆਫ ਇੰਡੀਆ, ਡਨ। ਤੀਜਾ ਕੀ ਹੈ? ਬੈਂਕਰ ਹੈ ਗਵਰਨਮੈਂਟ ਦਾ, ਇਹਦੀ ਐਗਜ਼ਾਮਪਲ ਤੁਹਾਨੂੰ ਮੈਂ ਹੁਣੀ ਦੱਸੀ ਹੈ, ਡਨ। ਉਸ ਤੋਂ ਬਾਅਦ ਬੈਂਕਸ ਆਫ ਦੀ ਬੈਂਕਸ, ਠੀਕ ਹੈ, ਬੈਂਕ ਆਫ ਲਾਸਟ ਰਿਜ਼ੋਰਟ, ਮਤਲਬ ਕਿ ਬੈਂਕਾਂ ਨੂੰ ਪ੍ਰੋਬਲਮ ਆ ਗਈ ਜੀ, ਅਲੱਗ-ਅਲੱਗ ਬੈਂਕਾਂ ਨੂੰ ਪ੍ਰੋਬਲਮ ਆ ਗਈ, ਮਤਲਬ ਕਿ ਫਾਈਨੈਂਸ਼ੀਅਲੀ ਪ੍ਰੋਬਲਮ ਆ ਗਈ, ਪੈਸਾ ਨਹੀਂ ਮਿਲ ਰਿਹਾ, ਤਾਂ ਉਹ ਕਿੱਥੋਂ ਪੈਸਾ ਲੈਂਦੇ ਨੇ? RBI ਤੋਂ ਪੈਸਾ ਲੈਂਦੇ ਨੇ। RBI ਤੋਂ ਐਮਰਜੈਂਸੀ ਰਾਤੋਂ ਰਾਤ ਵੀ ਪੈਸਾ ਮਿਲ ਜਾਂਦਾ ਹੈ, ਡਨ। ਇਸ ਤਰ੍ਹਾਂ ਦੇ ਫੰਕਸ਼ਨਸ ਹੁੰਦੇ ਨੇ, ਉਹ ਆਉਣ ਵਾਲੇ ਟਾਈਮ 'ਚ ਤੁਹਾਨੂੰ ਮੈਂ ਦੱਸਾਂਗਾ, ਡਨ। ਤੇ ਇਸ ਦਾ ਹੋਰ ਕੀ ਕੰਮ ਹੈ? ਅਨਾਊਂਸਿਸ ਦੀ ਕ੍ਰੈਡਿਟ ਐਂਡ ਮੋਨੀਟਰੀ ਪਾਲਿਸੀ ਆਫ ਦਾ ਇਕੋਨਮੀ, ਠੀਕ ਹੈ। ਮੋਨੀਟਰੀ ਪਾਲਿਸੀ ਬਾਈ ਮੰਥਲੀ ਆਉਂਦੀ ਹੈ ਨਾ, ਤੁਸੀਂ ਦੇਖਦੇ ਹੋਣੇ ਹੈ ਨਾ, ਜਿਸ ਵਿੱਚ ਰੈਪੋ ਰੇਟ ਬਾਰੇ ਦੱਸਿਆ ਜਾਂਦਾ, ਠੀਕ ਹੈ, ਸਮਝ ਗਏ। ਤੇ ਇਹ ਰੈਪੋ ਰੇਟ, ਰਿਵਰਸ ਰੈਪੋ ਰੇਟ, ਇਹ ਮੈਜਰ ਕਿਉਂ ਕੀਤੇ ਜਾਂਦੇ ਨੇ? ਤਾਂ ਕਿ ਮਾਰਕੀਟ ਵਿੱਚ ਜਿਹੜੇ ਇਨਫਲੇਸ਼ਨ ਆ ਉਹਨੂੰ ਕੰਟਰੋਲ ਕੀਤਾ ਜਾ ਸਕੇ, ਠੀਕ ਹੈ, ਲਿਕੁਇਡਿਟੀ ਬਣਾਈ ਜਾ ਸਕੇ ਮਾਰਕੀਟ ਵਿੱਚ। ਇਨਫਲੇਸ਼ਨ ਮਤਲਬ ਮਹਿੰਗਾਈ ਨੂੰ ਕੰਟਰੋਲ ਕੀਤਾ ਜਾ ਸਕੇ, ਲਿਕੁਇਡਿਟੀ ਬਣਾਈ ਜਾ ਸਕੇ ਮਾਰਕੀਟ ਵਿੱਚ, ਸਮਝ ਗਏ? ਓਕੇ, ਇਹ ਤੁਹਾਨੂੰ ਮੈਂ ਅੱਗੇ ਦੱਸਾਂਗਾ। ਹਾਲੇ ਫਿਲਹਾਲ ਤੁਸੀਂ RBI ਦੇ ਫੰਕਸ਼ਨ ਸਮਝੋ, ਹੌਲੀ ਹੌਲੀ ਤੁਹਾਨੂੰ ਚੀਜ਼ ਸਮਝ ਆਉਂਦੀ ਜਾਏਗੀ, ਡਨ। ਉਸ ਤੋਂ ਬਾਅਦ ਹੋਰ ਕੀ ਕੰਮ ਹੈ ਇਹਦਾ? ਸਟੈਬਲਾਈਜ਼ ਕਰਨਾ ਅਤੇ ਟਾਰਗੇਟ ਕਰਨਾ, ਠੀਕ ਹੈ, CPI ਨੂੰ। ਇਹ ਕੀ ਹੁੰਦਾ CPI? ਦੱਸੋ ਮੈਨੂੰ, ਤੁਹਾਡੇ ਲਈ ਇਹ ਕੁਐਸਚਨ ਹੈ। CPI ਕੀ ਹੁੰਦਾ? ਡਨ, ਦਾ ਰੇਟ ਆਫ ਇਨਫਲੇਸ਼ਨ, ਡਨ। ਉਸ ਤੋਂ ਬਾਅਦ ਸਟੈਬਲਾਈਜ਼ ਕਰਨਾ ਐਕਸਚੇਂਜ ਰੇਟ ਆਫ ਰੁਪਏ, ਜਿਹੜਾ ਰੁਪਏ ਦਾ ਐਕਸਚੇਂਜ ਹੋ ਰਿਹਾ, ਠੀਕ ਹੈ, ਉਸ ਨੂੰ ਵੀ ਕੰਟਰੋਲ ਕਰਨ ਦਾ ਕੰਮ RBI ਦਾ ਹੀ ਹੈ, ਡਨ। RBI ਦਾ ਕੰਮ ਇਨਫਲੇਸ਼ਨ ਨੂੰ ਕੰਟਰੋਲ ਕਰਨ ਦਾ ਵੀ ਹੈ, ਇਨਫਲੇਸ਼ਨ ਨੂੰ ਸਟੈਬਲਾਈਜ਼ ਕਰਨ ਦਾ ਵੀ ਹੈ, ਡਨ। ਉਹਦੇ ਲਈ ਉਹਨਾਂ ਨੇ ਇੱਕ ਪਰਸੈਂਟੇਜ ਵੀ ਰੱਖੀ ਹੋਈ ਹੈ, 2% to 6%, ਯਾਨੀ ਕਿ ਨੋਰਮਲ ਤਾਂ 2 ਤੋਂ 4% ਹੈ, ਮਗਰ ਜੇ ਆਪਾਂ ਗੱਲ ਕਰੀਏ ਤਾਂ ਮੈਨੂੰ ਵਧਾਇਆ ਵੀ ਜਾ ਸਕਦਾ ਹੈ, ਠੀਕ ਹੈ। ਇਸ ਨੂੰ ਅਗਲੇ ਆਉਣ ਵਾਲੇ ਸਾਲਾਂ ਲਈ ਵੀ ਇਹੀ ਟਾਰਗੇਟ ਰੱਖਿਆ ਗਿਆ, ਡਨ, ਠੀਕ ਹੈ। ਘੱਟੋ ਘੱਟ 2% ਇਨਫਲੇਸ਼ਨ ਹੋਣੀ ਚਾਹੀਦੀ, ਵੱਧ ਤੋਂ ਵੱਧ 6% ਹੋ ਸਕਦੀ। ਇਸ ਦੇ ਵਿਚਕਾਰ ਸਾਡੀ ਇਨਫਲੇਸ਼ਨ ਦਾ ਟਾਰਗੇਟ ਰਹੇਗਾ। ਘੱਟੋ ਘੱਟ 2% ਕਿਉਂ ਹੋਣੀ ਚਾਹੀਦੀ ਹੈ? ਇਹ ਵੀ ਤੁਹਾਨੂੰ ਤੁਹਾਡੇ ਦਿਮਾਗ 'ਚ ਕੁਐਸਚਨ ਪੁੱਟ ਹੋਣਾ ਚਾਹੀਦਾ ਕਿ ਇਹ 2% ਆਪਣੀ ਜਿਹੜੀ ਇਨਫਲੇਸ਼ਨ ਹੈ ਕਿਉਂ ਹੋਣੀ ਚਾਹੀਦੀ ਹੈ? ਇਸ ਕਰਕੇ ਹੋਣੀ ਚਾਹੀਦੀ ਹੈ ਕਿਉਂਕਿ ਇਨਫਲੇਸ਼ਨ ਤੋਂ ਬਿਨਾਂ ਗਰੋਥ ਨਹੀਂ ਹੈ, ਡਨ। ਇੱਕ ਜੇ ਸਟੈਬਲਾਈਜ਼ ਇਨਫਲੇਸ਼ਨ ਹੋ ਰਹੀ ਹੈ, ਇੱਕ ਸਹੀ ਦਰ 'ਤੇ ਇਨਫਲੇਸ਼ਨ ਹੋ ਰਹੀ ਹੈ, ਤਾਂ ਹੀ ਤੁਹਾਡਾ ਵਾਧਾ ਹੋ ਪਾਏਗਾ। ਜੇ ਰੇਟ ਹੀ ਸਹੀ ਰਹਿਣਗੇ ਤਾਂ ਇਸ ਮਤਲਬ ਤੁਹਾਡੀ ਗਰੋਥ ਨਹੀਂ ਹੋ ਪਾਣੀ, ਠੀਕ ਹੈ। ਮਾਰਕੀਟ ਦੀ ਗਰੋਥ ਨਹੀਂ ਹੈ, ਠੀਕ ਹੈ, ਮਾਰਕੀਟ ਦੇ ਪ੍ਰੋਡਕਟ ਦੀ ਗਰੋਥ ਨਹੀਂ ਹੈ। ਜੇ ਰੇਟ ਹੀ ਇੱਕ ਤਰ੍ਹਾਂ ਦੇ ਹੋਣਗੇ, ਰੇਟ ਵਧਣੇ ਜ਼ਰੂਰੀ ਹੈ, ਹੌਲੀ ਹੌਲੀ ਵਧਣਾ ਅਲੱਗ ਚੀਜ਼ ਹੈ, ਠੀਕ ਹੈ ਨਾ। ਹੁਣ ਤੁਹਾਨੂੰ ਬਚਪਨ 'ਚ ਜਿਹੜਾ ਸਮੋਸਾ ਮਿਲਦਾ ਸੀ 2 ਜਾਂ 3 ਰੁਪਏ ਦਾ ਮਿਲਦਾ ਸੀ, ਅੱਜ 10 ਰੁਪਏ ਮਿਲਦਾ, ਠੀਕ ਹੈ। ਇਸ ਤਰ੍ਹਾਂ ਵਾਧਾ ਹੋਣਾ ਕੋਈ ਚੱਕਰ ਨਹੀਂ ਹੈ, ਤੁਸੀਂ ਲੈ ਪਾਓਗੇ, ਡਨ। ਕਿਉਂਕਿ ਤੁਹਾਡੀ ਇਨਕਮ ਵਧ ਰਹੀ ਹੈ ਤਾਂ ਮਾਰਕੀਟ ਵੀ ਵਧਦੀ ਹੈ ਨਾ। ਇਨਕਮ 'ਚ ਜਦੋਂ ਤੁਹਾਡਾ ਫਾਇਦਾ ਹੁੰਦਾ ਤੁਸੀਂ ਜਾ ਕੇ ਚੀਜ਼ ਖਰੀਦ ਪਾਉਂਦੇ ਹੋ, ਤੁਸੀਂ ਅੱਜ 10 ਰੁਪਏ ਦਾ ਸਮੋਸਾ ਖਰੀਦ ਪਾਉਂਦੇ ਹੋ। ਮਗਰ ਜੇ ਮੈਂ ਇਹ ਕਹਿ ਦੇਵਾਂ ਕਿ 1 ਮਹੀਨੇ ਪਹਿਲਾਂ ਅੱਜ ਸਮੋਸਾ 10 ਰੁਪਏ ਦਾ ਸੀ, ਹੁਣ 20 ਰੁਪਏ ਦਾ ਹੋ ਰਿਹਾ, ਹੈ ਨਾ, ਤਾਂ ਕਈ ਲੋਕ ਲੈ ਪਾਉਣਗੇ, ਕਈ ਲੋਕ ਨਹੀਂ ਲੈ ਪਾਉਣਗੇ। ਇਸ ਤਰ੍ਹਾਂ ਦਾ ਖਤਰਨਾਕ ਜਿਹੜੀ ਇਨਫਲੇਸ਼ਨ ਹੈ ਉਸ ਤੋਂ ਬਚਣਾ ਹੁੰਦਾ ਆਪਾਂ ਨੇ। ਮੈਂ ਛੋਟੀ ਜਿਹੀ ਐਗਜ਼ਾਮਪਲ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਹੈ, ਡਨ। ਚਲੋ, ਇਹਦੇ ਨਾਲ ਬੜੀ ਚੀਜ਼ਾਂ ਜੁੜੀਆਂ ਹੁੰਦੀਆਂ, ਇਨਫਲੇਸ਼ਨ ਨਾਲ ਬੜੀ ਚੀਜ਼ਾਂ ਜੁੜੀਆਂ ਹੁੰਦੀਆਂ, ਡਿਮਾਂਡ, ਠੀਕ ਹੈ, ਡਿਮਾਂਡ ਸਪਲਾਈ ਨਾਲ ਇਹ ਸਾਰਾ ਚੀਜ਼ ਮਤਲਬ ਮਾਰਕੀਟ ਜੁੜੀ ਹੁੰਦੀ ਹੈ। ਉਹ ਤੁਹਾਨੂੰ ਮੈਂ ਹੌਲੀ ਹੌਲੀ ਸਮਝਾਉਂਦਾ ਜਾਵਾਂਗਾ। ਸਭ ਤੋਂ ਵੱਡੀ ਗੱਲ ਇਸ ਦਾ ਹੋਰ ਵੀ ਇੱਕ ਫੰਕਸ਼ਨ ਹੈ, ਫੋਰਨ ਕਰੰਸੀ ਰਿਜ਼ਰਵ ਨੂੰ ਮਤਲਬ ਸੰਭਾਲ ਕੇ ਰੱਖਣਾ, ਯਾਨੀ ਕਿ ਜਿਹੜੀ ਫੋਰਨ ਕਰੰਸੀ ਆ ਉਹਦੇ ਜਿਹੜੇ ਰਿਜ਼ਰਵਸ ਹੁੰਦੇ ਆ ਉਸ ਨੂੰ ਸੰਭਾਲਣਾ RBI ਦਾ ਕੰਮ ਹੈ, ਠੀਕ ਹੈ। ਜਿਹੜੇ ਆਪਣੇ ਰਿਜ਼ਰਵਸ ਹੈ, ਠੀਕ ਹੈ, ਆਪਣੇ ਲਗਭਗ 500 ਬਿਲੀਅਨ ਤੱਕ ਪਹੁੰਚ ਚੁੱਕੇ ਹਾਂ ਆਪਾਂ, ਠੀਕ ਹੈ। ਸਾਡੇ ਕੋਲ ਇੰਨੇ ਰਿਜ਼ਰਵਸ ਆਲਰੇਡੀ ਸਾਡੇ ਕੋਲ ਪਏ ਹੈ। ਤਾਂ ਬਟ ਫਿਲਹਾਲ ਹੁਣ ਘੜੀ 'ਚ ਦੇਖਣ ਮਿਲਿਆ ਸੀ ਕਿ ਮਤਲਬ ਐਕਸਪੋਰਟ ਤਾਂ ਇੰਨਾ ਹੋ ਨਹੀਂ ਰਿਹਾ ਸੀ ਆਪਣਾ, ਠੀਕ ਹੈ, ਇੰਪੋਰਟ ਜ਼ਿਆਦਾ ਹੋ ਰਿਹਾ ਸੀ, ਜਿਹਦੇ ਕਰਕੇ ਰਿਜ਼ਰਵ ਘਟਦੇ ਜਾ ਰਹੇ ਸੀ ਹੁਣ। ਕਿਉਂਕਿ ਆਪਾਂ ਨੇ ਲੋਨ ਵਗੈਰਾ ਵੀ ਲਿੱਤੇ ਆ, ਸਾਨੂੰ ਵਰਲਡ ਬੈਂਕ ਤੋਂ ਵੀ ਲੋਨ ਮਿਲਦਾ, IMF ਤੋਂ ਵੀ ਲੋਨ ਮਿਲਦਾ, ਅਲੱਗ-ਅਲੱਗ ਮਤਲਬ ਸਾਨੂੰ ਬੈਂਕਸ ਤੋਂ ਜਾਂ ਅਲੱਗ-ਅਲੱਗ ਆਰਗੇਨਾਈਜੇਸ਼ਨ ਤੋਂ ਸਾਨੂੰ ਲੋਨ ਮਿਲਦੇ ਆ। ਤਾਂ ਉਸ ਵਕਤ ਇਹ ਕਰੰਸੀ ਕੰਮ ਆਉਂਦੀ ਹੈ, ਠੀਕ ਹੈ। ਕੋਈ ਚੀਜ਼ ਆਪਣੇ ਬਾਹਰੋਂ ਦੀ ਲੈਣੀ ਹੈ, ਗੌਰਮੈਂਟ ਨੇ ਬਾਹਰੋਂ ਕੁਝ ਮੰਗਵਾਉਣਾ, ਠੀਕ ਹੈ, ਉਸ ਵਕਤ ਜਿਹੜੀ ਟ੍ਰਾਂਜੈਕਸ਼ਨ ਹੁੰਦੀ ਹੈ ਇਹਨਾਂ ਰਿਜ਼ਰਵਸ ਦੁਆਰਾ ਹੁੰਦੀ ਹੈ। ਇਹਨਾਂ 'ਚ ਕਾਫੀ ਅਲੱਗ-ਅਲੱਗ ਤਰ੍ਹਾਂ ਦੇ ਰਿਜ਼ਰਵਸ ਪਏ ਹੁੰਦੇ ਨੇ, ਦੈਨ ਡਾਲਰ ਪਿਆ ਹੁੰਦਾ, ਪੌਂਡ ਪਿਆ ਹੁੰਦਾ, ਹੈ ਨਾ, ਰੈਨਬੀ ਪਿਆ ਹੁੰਦਾ, ਅਲੱਗ-ਅਲੱਗ ਤਰ੍ਹਾਂ ਦੇ ਤੁਹਾਨੂੰ ਉਰੇ ਮਤਲਬ ਰਿਜ਼ਰਵਸ ਦੇਖਣ ਨੂੰ ਮਿਲਦੇ ਆ, ਠੀਕ ਹੈ। ਇਹ ਰਿਜ਼ਰਵਸ ਹੋਣੇ ਬਹੁਤ ਜ਼ਰੂਰੀ ਹੈ, ਠੀਕ ਹੈ। ਕਿਉਂ ਹੋਣੇ ਜ਼ਰੂਰੀ ਹੈ? ਤਾਂ ਕਿ ਕੱਲ੍ਹ ਨੂੰ ਫਾਈਨੈਂਸ਼ੀਅਲੀ ਕ੍ਰਾਈਸਿਸ ਨਾ ਹੋ ਜਾਵੇ। ਜੇ ਰਿਜ਼ਰਵਸ ਨਹੀਂ ਹੋਣਗੇ ਤਾਂ ਤੁਸੀਂ ਪੇਮੈਂਟ ਕਿਵੇਂ ਕਰੋਗੇ?
ਡਨ। ਮਾਰਕੀਟ 'ਚ ਪੇਮੈਂਟ ਬਾਹਰ ਪੇਮੈਂਟ ਕਿਵੇਂ ਕਰੋਗੇ? ਤੁਹਾਡਾ ਇਹ ਤਾਂ ਹੈ ਨਹੀਂ ਕਿ ਤੁਹਾਡੇ ਇੰਡੀਆ ਬਾਹਰਿਆਂ ਨਾਲੋਂ ਅਲੱਗ ਹੈ, ਲਿੰਕ ਨਹੀਂ ਹੈ। ਕੁਝ ਚੀਜ਼ਾਂ ਤੁਹਾਡੇ ਇੰਡੀਆ 'ਚ ਮਿਲਦੀਆਂ, ਕੁਝ ਚੀਜ਼ਾਂ ਇੰਡੀਆ 'ਚ ਨਹੀਂ ਮਿਲਦੀਆਂ। ਜਿਹੜੀ ਚੀਜ਼ਾਂ ਇੰਡੀਆ 'ਚ ਨਹੀਂ ਮਿਲਦੀਆਂ ਤੁਹਾਨੂੰ ਬਾਹਰੋਂ ਮੰਗਵਾਉਣੀਆਂ ਪੈਂਦੀਆਂ ਹੈ ਨਾ। ਬਾਹਰੋਂ ਮੰਗਵਾਉਣੀਆਂ ਪੈਂਦੀਆਂ ਨਹੀਂ ਪੈਂਦੀਆਂ? ਪੈਂਦੀਆਂ ਨਾ। ਤਾਂ ਉਸਦੀ ਪੇਮੈਂਟ ਵੀ ਤਾਂ ਦੇਣੀ ਹੈ। ਡਨ। ਕੋਈ ਲੋਨ ਲਿੱਤਾ ਹੋਇਆ ਉਸਦੀ ਪੇਮੈਂਟ ਦੇਣੀ ਹੈ। ਤਾਂ ਜਦੋਂ ਇਹ ਰਿਜ਼ਰਵ ਸਾਡੇ ਕੋਲ ਸਹੀ ਨਹੀਂ ਹੋਣਗੇ, ਸਰਪਲਸ 'ਚ ਨਹੀਂ ਹੋਣਗੇ, ਤਾਂ ਕੱਲ੍ਹ ਨੂੰ ਫਾਈਨੈਂਸ਼ੀਅਲ ਕ੍ਰਾਈਸਿਸ ਹੋ ਸਕਦਾ ਹੈ। ਠੀਕ ਹੈ, ਮਾਰਕੀਟ ਡੁੱਬ ਸਕਦੀ ਹੈ, ਦੈਨ ਮਹਿੰਗਾਈ ਵੱਧ ਸਕਦੀ ਹੈ, ਬੜਾ ਕੁਝ ਹੋ ਸਕਦਾ ਹੈ। ਇਹਦਾ ਫੋਰ ਐਗਜ਼ਾਮਪਲ ਸਾਨੂੰ ਦੇਖਣ ਨੂੰ ਮਿਲਿਆ ਸੀ 1991 ਤੋਂ। ਠੀਕ ਹੈ, ਜਿਹੜਾ 1991-92 ਵਾਲੇ ਸਾਲ ਸਨ, ਉਸ ਟਾਈਮ ਬਹੁਤ ਖਤਰਨਾਕ ਹਾਲਾਤ ਹੋ ਚੁੱਕੇ ਸਨ। ਉਸ ਟਾਈਮ ਫਿਰ ਆਪਾਂ ਨੇ ਆਪਣੀ ਮਾਰਕੀਟ ਨੂੰ ਬਿਲਕੁਲ ਹੀ ਸ਼ਿਫਟ ਕਰਤਾ ਸੀ। ਦੈਨ LPG ਪਾਲਿਸੀ ਲੈ ਆਉਂਦੀ ਸੀ, ਉਹ ਵੀ ਤੁਹਾਨੂੰ ਮੈਂ ਅੱਗੇ ਸਮਝਾਵਾਂ ਕਿਆ ਹੁੰਦੀ ਹੈ। ਦੈਨ ਉਸ ਤੋਂ ਬਾਅਦ ਇੱਕ ਤਰ੍ਹਾਂ ਦਾ IMF ਵਿੱਚ, ਠੀਕ ਹੈ, ਇੰਟਰਨੈਸ਼ਨਲ ਮੋਨੀਟਰੀ ਫੰਡ ਵਿੱਚ, ਠੀਕ ਹੈ, ਇੱਕ ਤਰ੍ਹਾਂ ਦਾ ਏਜੰਟ ਦਾ ਕੰਮ ਕਰਦਾ। ਗੌਰਮੈਂਟ ਆਫ ਇੰਡੀਆ ਦੇ ਲਈ ਏਜੰਟ ਦਾ ਕੰਮ ਕਰਦਾ IMF ਵਿੱਚ। ਠੀਕ ਹੈ, ਇੰਟਰਨੈਸ਼ਨਲ ਮੋਨੀਟਰੀ ਫੰਡ ਵਿੱਚ। ਦੈਨ ਜਿਹੜਾ RBI ਹੈ, ਇੱਕ ਤਰ੍ਹਾਂ ਦਾ ਏਜੰਟ ਹੁੰਦਾ ਹੈ ਗੌਰਮੈਂਟ ਆਫ ਇੰਡੀਆ ਦਾ, ਇੱਕ ਤਰ੍ਹਾਂ ਦਾ ਰਿਪਰੈਜ਼ੈਂਟੇਟਿਵ ਹੁੰਦਾ। ਦੈਨ ਸਮਝ ਗਏ? ਤੁਹਾਨੂੰ ਮੈਂ ਅੱਗੇ ਸਮਝਾਵਾਂਗਾ IMF ਕੀ ਹੈ, ਇਹਦੀ ਸਾਰੀ ਹਿਸਟਰੀ ਤੁਹਾਨੂੰ ਮੈਂ ਅੱਗੇ ਦੱਸਾਂਗਾ। ਉਸ ਤੋਂ ਬਾਅਦ ਪਰਫੋਰਮਿੰਗ ਅ ਵੈਰਾਈਟੀ ਆਫ ਦੀ ਡਿਵੈਲਪਮੈਂਟ ਐਂਡ ਪ੍ਰਮੋਸ਼ਨਲ ਫੰਕਸ਼ਨਸ ਅੰਡਰ ਵਿੱਚ। ਠੀਕ ਹੈ, ਕਾਫੀ ਤਰ੍ਹਾਂ ਦੇ ਡਿਵੈਲਪਮੈਂਟ ਫੰਕਸ਼ਨਸ ਜਿਹੜੇ ਆ, ਪ੍ਰਮੋਸ਼ਨਲ ਫੰਕਸ਼ਨਸ ਉਹ ਕਰਦਾ ਰਹਿੰਦਾ। ਓਕੇ, ਇਹ ਹੋ ਗਿਆ ਆਪਣੀ RBI ਦੀ ਗੱਲ। ਹੁਣ ਗੱਲ ਕਰਦੇ ਹਾਂ ਆਪਾਂ ਅੱਗੇ ਕਮਰਸ਼ੀਅਲ ਬੈਂਕ। ਹੁਣ ਤੁਸੀਂ ਮੈਨੂੰ ਦੱਸੋ ਕਮਰਸ਼ੀਅਲ ਬੈਂਕ ਕਿਹੜੇ ਸ਼ਡਿਊਲ 'ਚ ਆਉਂਦੇ ਆ? ਤੁਹਾਡੇ ਲਈ ਕੁਐਸਚਨ ਹੈ। ਕਮਰਸ਼ੀਅਲ ਬੈਂਕ ਇਜ਼ ਐਨ ਇੰਸਟੀਟਿਊਸ਼ਨ that accept the deposits, makes the business loans, offer related to services to general public and businessmen। ਕਮਰਸ਼ੀਅਲ ਬੈਂਕ ਦੇ ਸਭ ਤੋਂ ਮੇਨ ਜਿਹੜੇ ਪ੍ਰਾਇਮਰੀ ਅਤੇ ਬਹੁਤ ਜ਼ਰੂਰਤ ਹੈ ਉਹਨਾਂ ਦੀ, ਮਤਲਬ ਕਿ ਜ਼ਰੂਰਤ ਨਹੀਂ ਕਹਾਂਗਾ, ਮਤਲਬ ਇੱਕ ਤਰ੍ਹਾਂ ਦੀ, ਮਤਲਬ ਉਹਨਾਂ ਦੇ ਪ੍ਰਾਇਮਰੀ ਫੰਕਸ਼ਨਸ ਹੈ ਕਿਆ, ਕਿ ਉਹ ਡਿਪੋਜ਼ਿਟਸ ਨੂੰ ਐਕਸੈਪਟ ਕਰੇਗਾ। ਠੀਕ ਹੈ, ਡਿਪੋਜ਼ਿਟਸ ਜਿਵੇਂ ਤੁਸੀਂ ਹੋ, ਤੁਹਾਡਾ ਕੋਈ ਖਾਤਾ ਤੁਹਾਡੇ ਬੈਂਕ ਵਿੱਚ ਹੈ, ਤੁਸੀਂ ਜਾ ਕੇ ਪੈਸਾ ਜਮ੍ਹਾਂ ਕਰ ਰਹੇ ਹੋ, ਇੱਕ ਫੰਕਸ਼ਨ ਹੈ ਫਿਰ ਬੈਂਕ ਦਾ ਕਿ ਤੁਹਾਡੇ ਜਿਹੜੇ ਪੈਸੇ ਆ ਉਹ ਉਸ ਨੂੰ ਐਕਸੈਪਟ ਕਰੇਗਾ, ਐਕਸੈਪਟ ਦੀ ਡਿਪੋਜ਼ਿਟਸ। ਦੈਨ ਦੂਜਾ ਕੰਮ ਸਭ ਤੋਂ ਵੱਡਾ, ਬਿਜ਼ਨਸ ਨੂੰ ਲੋਨ ਪ੍ਰੋਵਾਈਡ ਕਰੇਗਾ। ਦੈਨ ਤੀਜਾ ਕੰਮ ਇਸ ਨਾਲ ਰਿਲੇਟਿਡ, ਠੀਕ ਹੈ, ਕੁਝ ਆਫਰਸ ਪ੍ਰੋਵਾਈਡ ਕਰੇਗਾ ਜਨਰਲ ਪਬਲਿਕ ਨੂੰ ਕਿ ਤੁਸੀਂ ਇਹ ਰੈਕਰਿੰਗ ਅਕਾਊਂਟ ਖੋਲ੍ਹ ਲਓ। ਠੀਕ ਹੈ, ਕਈ ਵਾਰੀ ਦਿੰਦਾ ਨਾ ਕਿ ਤੁਸੀਂ 5 ਸਾਲ ਤੁਹਾਡੇ ਪੈਸੇ ਇੰਨੇ ਹੋ ਜਾਣਗੇ, ਜੇ ਤੁਸੀਂ ਹਰੇਕ ਮਹੀਨੇ ਇੰਨੀ, ਮਤਲਬ ਤੁਸੀਂ ਇੰਸਟਾਲਮੈਂਟ ਭਰਦੇ ਹੋ ਤਾਂ ਤੁਹਾਨੂੰ ਇੰਨਾ ਵਿਆਜ ਮਿਲੇਗਾ। ਇਸ ਤਰ੍ਹਾਂ ਦੇ ਵੀ ਆਫਰਸ ਪ੍ਰੋਵਾਈਡ ਕਰਦਾ ਹੈ, ਕਾਫੀ ਤਰ੍ਹਾਂ ਦੇ ਆਫਰਸ ਪ੍ਰੋਵਾਈਡ ਕਰਦਾ ਹੈ। ਠੀਕ ਹੈ, ਇਹ ਕੰਮ ਸਾਰੇ ਕਿਹਦੇ ਹੁੰਦੇ ਨੇ? ਕਮਰਸ਼ੀਅਲ ਬੈਂਕ ਦੇ ਹੁੰਦੇ ਨੇ। ਡਨ। ਕਹਿੰਦੇ ਕਮਰਸ਼ੀਅਲ ਬੈਂਕ ਇਨ ਇੰਡੀਆ ਆਰ ਲਾਰਜਲੀ ਇੰਡੀਅਨ ਪਬਲਿਕ ਸੈਕਟਰ ਐਂਡ ਪ੍ਰਾਈਵੇਟ ਸੈਕਟਰ ਵਿਦ ਦਾ ਫਿਊ ਫੋਰਨ ਬੈਂਕਸ। ਕਹਿੰਦੇ ਜਿਹੜੇ ਕਮਰਸ਼ੀਅਲ ਬੈਂਕਸ ਹੁੰਦੇ ਨੇ ਸਭ ਤੋਂ ਜ਼ਿਆਦਾ ਹੁੰਦੇ ਨੇ। ਡਨ। ਜਿਹੜਾ ਲੋਕਾਂ ਦਾ ਭਰੋਸਾ ਹੁੰਦਾ ਕਮਰਸ਼ੀਅਲ ਬੈਂਕ ਉੱਪਰ ਸਭ ਤੋਂ ਜ਼ਿਆਦਾ ਹੁੰਦਾ। ਡਨ। ਜੇ ਮੈਂ ਕਮਰਸ਼ੀਅਲ ਬੈਂਕ ਵਿੱਚ ਪਬਲਿਕ ਸੈਕਟਰ ਬੈਂਕ ਹੋਵਾਂ ਤਾਂ ਉਸ ਦੇ ਉੱਪਰ ਵੀ ਲੋਕਾਂ ਦਾ ਭਰੋਸਾ ਜ਼ਿਆਦਾ ਹੁੰਦਾ ਹੈ। ਜੇ ਆਪਾਂ ਇਹਨੂੰ ਕੰਪੈਰੀਜ਼ਨ ਕਰੀਏ ਪ੍ਰਾਈਵੇਟ ਬੈਂਕਾਂ ਨਾਲ, ਠੀਕ ਹੈ, ਪ੍ਰਾਈਵੇਟ ਬੈਂਕ ਦੀ ਜਗ੍ਹਾ ਲੋਕ ਜ਼ਿਆਦਾ ਪਬਲਿਕ ਸੈਕਟਰ ਵੱਲ ਜਾਂਦੇ ਨੇ। ਠੀਕ ਹੈ, ਪਬਲਿਕ ਸੈਕਟਰ ਵੱਲ ਜਾ ਕੇ ਆਪਣਾ ਪੈਸਾ ਡਿਪੋਜ਼ਿਟ ਕਰਾਉਂਦੇ ਨੇ, ਹੈ ਨਾ, ਕਿਉਂਕਿ ਜ਼ਿਆਦਾਤਰ ਰਿਸਕ ਘੱਟ ਹੁੰਦਾ ਹੈ। ਠੀਕ ਹੈ, ਚਲੋ, ਕਿ ਕਮਰਸ਼ੀਅਲ ਬੈਂਕ ਦਾ ਜਿਹੜਾ ਆਪਣੇ ਭਾਰਤ 'ਚ ਰੋਲ ਹੈ ਬਹੁਤ ਵੱਡਾ ਹੈ। ਪਬਲਿਕ ਸੈਕਟਰ ਬੈਂਕਸ accounts for more than 80% of entire banking business in India, occupying a dominant position in the commercial banking। ਹੁਣੀ ਤੁਹਾਨੂੰ ਮੈਂ ਉੱਪਰ ਸਮਝਾਇਆ ਹੀ ਹੈ ਕਿ ਕਮਰਸ਼ੀਅਲ ਬੈਂਕ ਦੇ ਅਧੀਨ ਜਿਹੜੇ ਪਬਲਿਕ ਸੈਕਟਰ ਬੈਂਕਸ ਨੇ, ਠੀਕ ਹੈ, ਉਹਨਾਂ ਦਾ ਹੀ ਸਭ ਤੋਂ ਵੱਡਾ ਡੋਮੀਨੈਂਟ ਹੈ ਆਪਣੇ ਭਾਰਤ ਵਿੱਚ। ਠੀਕ ਹੈ, ਸਭ ਤੋਂ ਜ਼ਿਆਦਾ ਅਕਾਊਂਟਸ ਕਿੱਥੇ ਖੁੱਲ੍ਹੇ ਨੇ? ਪਬਲਿਕ ਸੈਕਟਰ ਬੈਂਕ 'ਚ ਖੁੱਲ੍ਹੇ ਨੇ। ਠੀਕ ਹੈ, ਪ੍ਰਾਈਵੇਟ ਸੈਕਟਰ 'ਚ ਵੀ ਦੇਖਣ ਨੂੰ ਮਿਲਦੇ ਨੇ, ਮਗਰ ਮਤਲਬ ਡੋਮੀਨੈਂਟ ਰੋਲ ਕੌਣ ਪਲੇ ਕਰ ਰਿਹਾ? ਪਬਲਿਕ ਸੈਕਟਰ ਬੈਂਕ ਪਲੇ ਕਰ ਰਿਹਾ। ਡਨ। ਸੋ ਦੇ ਆਰ ਦੀ ਪ੍ਰੋਫਿਟ ਮੇਕਿੰਗ ਇੰਸਟੀਟਿਊਸ਼ਨ ਓਨਡ ਬਾਈ ਦਾ ਗੌਰਮੈਂਟ ਔਰ ਪ੍ਰਾਈਵੇਟ ਔਰ ਬੋਥ। ਕਹਿੰਦੇ ਜਿਹੜੇ ਕਮਰਸ਼ੀਅਲ ਬੈਂਕ ਹੁੰਦੇ ਨੇ, ਜੇ ਪ੍ਰਾਈਵੇਟ ਦੇ ਹੱਥ ਨੇ ਤਾਂ ਉਹਨਾਂ ਦਾ ਵੀ ਕੰਮ ਇਹੀ ਹੁੰਦਾ ਕਿ ਅਸੀਂ ਪ੍ਰੋਫਿਟ ਬਣਾਈਏ। ਜੇ ਗੌਰਮੈਂਟ ਦੇ ਅਧੀਨ ਨੇ, ਉਹਨਾਂ ਦਾ ਵੀ ਇਹੀ ਮਤਲਬ ਟਾਰਗੇਟ ਹੁੰਦਾ ਕਿ ਪ੍ਰੋਫਿਟ ਬਣਾਈਏ। ਬਾਕੀ ਮੈਨੇਜਮੈਂਟ ਉੱਪਰ ਹੈ ਕਿ ਪ੍ਰੋਫਿਟ ਹੁੰਦਾ ਜਾਂ ਨਹੀਂ ਹੁੰਦਾ, ਮਤਲਬ ਕਿਸ ਤਰ੍ਹਾਂ ਪਰਫੋਰਮ ਕਰਦਾ ਬੈਂਕ, NPA ਕਿਸ ਤਰ੍ਹਾਂ ਦੇ ਨੇ, ਤਾਂ ਉਹ ਪ੍ਰੋਫਿਟ ਬੈਂਕਾਂ ਦਾ ਪਤਾ ਲੱਗਦਾ। ਠੀਕ ਹੈ, ਹੁਣ ਕੁਝ ਡੈਫੀਨੇਸ਼ਨ ਦੇਖ ਲੈਂਦੇ ਹਾਂ। ਤੁਹਾਨੂੰ ਮੈਂ ਸਮਝਾ ਤਾਂ ਚੁੱਕਾ ਹੀ ਹਾਂ ਕਿ ਪਬਲਿਕ ਸੈਕਟਰ ਅਤੇ ਪ੍ਰਾਈਵੇਟ ਸੈਕਟਰ 'ਚ ਕੀ ਫਰਕ ਹੈ, ਮਗਰ ਤੁਹਾਨੂੰ ਤਾਂ ਵੀ ਡੈਫੀਨੇਸ਼ਨ ਪਤਾ ਹੋਣੀ ਚਾਹੀਦੀ ਹੈ। ਪ੍ਰਾਈਵੇਟ ਤੋਂ ਪਹਿਲਾਂ ਪਬਲਿਕ ਸੈਕਟਰ ਬੈਂਕ ਜਿਹੜੇ ਹੁੰਦੇ ਨੇ ਉਹ ਗੌਰਮੈਂਟ ਦੇ ਅਧੀਨ ਹੁੰਦੇ ਨੇ। ਦੈਨ ਜਿਹੜਾ ਮੇਜਰ ਸ਼ੇਅਰ ਹੁੰਦਾ ਯਾਨੀ ਕਿ 51 ਤੋਂ ਉੱਪਰ, ਠੀਕ ਹੈ, 51% ਚੋਂ 51% ਜੇ ਸ਼ੇਅਰ ਗੌਰਮੈਂਟ ਦੇ ਅਧੀਨ ਹੈ ਤਾਂ ਉਹ ਸਾਰਾ ਪਬਲਿਕ ਸੈਕਟਰ ਬੈਂਕ ਹੋਣਗੇ। ਡਨ। ਠੀਕ ਹੈ, ਫੋਕਸ ਕੀ ਹੁੰਦਾ ਹੈ ਬੈਂਕ ਦਾ ਕਿ ਆਪਾਂ ਨੇ ਪ੍ਰੋਫਿਟ ਅਰਨ ਕਰਨੇ ਨੇ, ਸਰਵ ਕਰਨਾ ਲੋਕਾਂ ਨੂੰ। ਠੀਕ ਹੈ, ਸਰਵ ਕਿਵੇਂ ਕਰਾਂਗੇ? ਜਿਹੜੇ ਸਕੀਮਸ ਨਿਕਲਦੇ ਗੌਰਮੈਂਟ ਦੁਆਰਾ ਉਹ ਲੋਕਾਂ ਤੱਕ ਪਹੁੰਚਾਉਣੀ ਆਪਾਂ ਨੇ, ਇੱਕ ਤਰ੍ਹਾਂ ਦਾ ਐਗਜ਼ਾਮਪਲ ਹੋ ਗਈ। ਦੂਜੀ ਗੱਲ, ਆਪਾਂ ਨੇ ਪ੍ਰੋਫਿਟ ਅਰਨ ਕਰਨਾ। ਡਨ। ਐਗਜ਼ਾਮਪਲ ਜੇ ਮੈਂ ਕਹਾਂ ਸਟੇਟ ਬੈਂਕ ਆਫ ਇੰਡੀਆ, PNB ਬੈਂਕ, ਸਟੇਟ ਬੈਂਕ ਆਫ ਇੰਡੀਆ, PNB ਬੈਂਕ, ਇਹਦੇ ਬਾਰੇ ਮੈਂ ਡਿਸਕਸ ਕਰ ਚੁੱਕਾ ਤੁਹਾਡੇ ਲਈ। ਠੀਕ ਹੈ, ਇਸ ਡੈਫੀਨੇਸ਼ਨ। ਉਸ ਤੋਂ ਬਾਅਦ ਪ੍ਰਾਈਵੇਟ ਸੈਕਟਰ ਬੈਂਕ, ਉਹ ਬੈਂਕ ਜੋ ਪ੍ਰਾਈਵੇਟ ਸ਼ੇਅਰ ਹੋਲਡਰ ਦੇ ਹੱਥ ਹੈ। ਠੀਕ ਹੈ, ਪ੍ਰਾਈਵੇਟ ਸ਼ੇਅਰ ਹੋਲਡਰ ਦੇ ਹੱਥ ਹੈ, 51% ਸ਼ੇਅਰ ਪ੍ਰਾਈਵੇਟ ਦੇ ਹੱਥ ਹੈ। ਠੀਕ ਹੈ, ਸਮਝ ਗਏ ਨਾ? ਜਿਵੇਂ ਐਗਜ਼ਾਮਪਲ ICICI, HDFC ਬੈਂਕ। ਡਨ। ਪ੍ਰਾਈਵੇਟ ਸੈਕਟਰ ਬੈਂਕ ਦਾ ਕੀ ਰੋਲ ਹੁੰਦਾ ਹੈ ਕਿ ਆਪਣੇ ਇੰਡੀਅਨ ਬੈਂਕਿੰਗ ਇੰਡਸਟਰੀ ਦੀ ਡਿਵੈਲਪਮੈਂਟ ਕਰਨੀ ਹੈ। ਸਭ ਤੋਂ ਵੱਡਾ ਰੋਲ ਕੀ ਹੁੰਦਾ ਹੈ ਕਿ ਆਪਣੇ ਡਿਵੈਲਪਮੈਂਟ ਕਰਨੀ ਹੈ ਇੰਡੀਅਨ ਬੈਂਕਿੰਗ ਇੰਡਸਟਰੀ ਦੀ। ਸਮਝ ਗਏ? ਉਸ ਤੋਂ ਬਾਅਦ ਫੋਰਨ ਬੈਂਕਸ,
ਇਹ ਵੀ ਬੈਂਕ ਸਾਨੂੰ ਉਰੇ ਦੇਖਣ ਨੂੰ ਮਿਲਦੇ ਆ। ਆਰਬੀਆਈ ਇਹਨਾਂ ਨੂੰ ਵੀ ਅਲਾਉ ਕਰਦੀ ਹੈ, ਤੁਸੀਂ ਆਪਣੇ ਬੈਂਕ ਖੋਲ੍ਹ ਸਕਦੇ ਹੋ। ਇਹਦੇ ਨਾਲ ਇੱਕ ਵੈਲਿਊ ਵੱਧਦੀ ਹੈ ਮਾਰਕੀਟ 'ਚ, ਠੀਕ ਹੈ। ਮਤਲਬ ਕਿ ਕੰਪੀਟੀਸ਼ਨ ਪੈਦਾ ਹੁੰਦਾ ਹੈ ਕਿ ਫੋਰਨ ਬੈਂਕਸ ਕਿਸ ਤਰ੍ਹਾਂ ਕੰਮ ਕਰ ਰਹੇ ਨੇ, ਉਸ ਤਰੀਕੇ ਨਾਲ ਸਾਨੂੰ ਪਬਲਿਕ ਸੈਕਟਰ ਬੈਂਕਾਂ ਨੂੰ ਕੰਮ ਕਰਨਾ ਚਾਹੀਦਾ ਹੈ ਨਾ। ਇਹਨਾਂ ਮਤਲਬ ਇੱਕ ਤਰ੍ਹਾਂ ਦੀ ਕਹਿ ਸਕਦੇ ਹਾਂ ਆਪਾਂ ਮੋਟੀਵੇਸ਼ਨ ਮਿਲਦੀ ਹੈ, ਇੱਕ ਤਰ੍ਹਾਂ ਦਾ ਇੰਸਪਾਇਰ ਕਰਦੇ ਨੇ ਬੈਂਕ, ਹੈ ਨਾ, ਜਿਹੜੇ ਫੋਰਨ ਬੈਂਕਸ ਹੁੰਦੇ ਨੇ। ਕਹਿੰਦੇ ਇਹ ਐਸੇ ਬੈਂਕ ਹੁੰਦੇ ਨੇ ਜਿਨ੍ਹਾਂ ਦਾ ਹੈੱਡ ਆਫਿਸ ਸਾਨੂੰ ਅਬਰੋਡ 'ਚ ਦੇਖਣ ਨੂੰ ਮਿਲਦਾ, ਬਾਹਰ ਦੇਖਣ ਨੂੰ ਮਿਲਦਾ, ਮਗਰ ਉਹਨਾਂ ਦੀ ਜਿਹੜੀਆਂ ਬ੍ਰਾਂਚਿਸ ਆ ਉਹ ਸਾਨੂੰ ਉਰੇ ਭਾਰਤ 'ਚ ਦੇਖਣ ਨੂੰ ਮਿਲਦੀਆਂ, ਉਹ ਉਰੇ ਆਪਰੇਟ ਕਰਦੀਆਂ ਨੇ। ਦੈਨ ਕਹਿੰਦੇ ਦੇ ਕੈਨ ਆਪਰੇਟ ਇਨ ਇੰਡੀਆ ਆਈਦਰ ਥਰੂਲੀ ਹੋਲ ਓਨਡ ਸਬਸਿਡਰੀਜ਼ ਔਰ ਥਰੂ ਬ੍ਰਾਂਚਿਸ, ਜਿਵੇਂ ਫੋਰ ਐਗਜ਼ਾਮਪਲ ਸਿਟੀ ਬੈਂਕ ਦੇਖਣ ਨੂੰ ਮਿਲ ਰਿਹਾ, HSBC ਬੈਂਕ, ਸਟੈਂਡਰਡ ਚਾਰਟਰ ਬੈਂਕ। ਦੈਨ ਇਸ ਤਰ੍ਹਾਂ ਦੀ ਐਗਜ਼ਾਮਪਲ ਸਾਨੂੰ ਫੋਰਨ ਬੈਂਕਸ ਦੇਖਣ ਨੂੰ ਮਿਲਦੀ ਹੈ। ਉਸ ਤੋਂ ਬਾਅਦ ਆ ਜਾਓ RRB, ਠੀਕ ਹੈ। ਹੁਣ ਤੁਸੀਂ ਮੈਨੂੰ ਦੱਸੋ RRB ਸ਼ਡਿਊਲ ਬੈਂਕ ਹੈ, ਨੋਨ ਸ਼ਡਿਊਲ ਬੈਂਕ ਹੈ। ਦੈਨ ਇਹ ਇਸ ਤਰ੍ਹਾਂ ਦੇ ਬੈਂਕ ਨੇ ਜੋ ਸਟੇਟ ਸਪੋਂਸਰਡ ਬੈਂਕਸ ਨੇ, ਠੀਕ ਹੈ। ਤੁਹਾਨੂੰ ਮੈਂ ਅੱਗੇ ਸਮਝਾਵਾਂਗਾ ਸਟੇਟ ਸਪੋਂਸਰ ਕੀ ਹੁੰਦਾ। ਫਿਲਹਾਲ ਤੁਸੀਂ ਸਮਝੋ ਕਿ ਦੀਸ ਆਰ ਦੀ ਸਟੇਟ ਸਪੋਂਸਰਡ ਰੀਜਨਲ ਰੂਰਲ ਓਰੀਐਂਟਡ ਬੈਂਕਸ, ਠੀਕ ਹੈ। ਦੇ ਪ੍ਰੋਵਾਈਡ ਦੀ ਕ੍ਰੈਡਿਟ ਫॉर ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ। ਨਾਮ ਤੋਂ ਸਮਝ ਆ ਰਿਹਾ ਹੈ ਰੀਜਨਲ ਰੂਰਲ ਬੈਂਕ। ਇਹਨਾਂ ਦੇ ਦੋ ਮੇਨ ਫੰਕਸ਼ਨ ਨੇ, ਇਹ ਕ੍ਰੈਡਿਟ ਪ੍ਰੋਵਾਈਡ ਕਰਦੇ ਨੇ ਐਗਰੀਕਲਚਰ ਲਈ ਅਤੇ ਰੂਰਲ ਡਿਵੈਲਪਮੈਂਟ ਲਈ ਕੰਮ ਕਰਦੇ ਨੇ, ਠੀਕ ਹੈ। ਇਹਨਾਂ ਦੋਨਾਂ ਲਈ ਇਹਨਾਂ ਦਾ ਮੇਨ ਕੰਮ ਫੋਕਸ ਇਹੀ ਹੁੰਦਾ। ਮੇਨ ਓਬਜੈਕਟਿਵ ਆਫ ਦੀ RRB, ਠੀਕ ਹੈ, ਰੀਜਨਲ ਰੂਰਲ ਬੈਂਕ ਦਾ ਜਿਹੜਾ ਮੇਨ ਓਬਜੈਕਟਿਵ ਹੈ ਉਹ ਇਹੀ ਹੈ ਕਿ ਉਹਨੇ ਰੂਰਲ ਇਕੋਨਮੀ ਨੂੰ ਡਿਵੈਲਪ ਕਰਨਾ ਹੈ। ਸਮਝ ਗਏ। ਦੇਅਰ ਬੋਰਰਸ ਜਿਹੜੇ ਹੁੰਦੇ ਨੇ ਇਨਕਲੂਡ ਸਮੋਲ ਹੋ ਸਕਦੇ ਨੇ, ਮਾਰਜਨਲ ਫਾਰਮਰਸ ਹੋ ਸਕਦੇ ਨੇ, ਐਗਰੀਕਲਚਰ ਲੇਬਰਸ ਹੋ ਸਕਦੇ ਨੇ, ਆਰਟਿਸਟ ਹੋ ਸਕਦੇ ਨੇ, ਠੀਕ ਹੈ। ਉਸ ਤੋਂ ਬਾਅਦ ਨਬਾਰਡ ਜਿਹੜਾ, ਠੀਕ ਹੈ, ਉਹ ਆਪਣੀ ਐਪੈਕਸ ਪੋਜੀਸ਼ਨ ਹੋਲਡ ਕਰਦਾ ਹੈ ਇਨ ਦਾ ਐਗਰੀਕਲਚਰ ਐਂਡ ਦਾ ਰੂਰਲ ਡਿਵੈਲਪਮੈਂਟ। ਆਫਟਰ ਨੈਸ਼ਨਲਾਈਜੇਸ਼ਨ ਆਫ ਦੀ ਬੈਂਕਸ ਇਨ 1960 ਦੇ ਵੇਅਰ ਪ੍ਰੋਬਲਮਸ ਵਿਚ ਮੇਡ ਇਟ ਡਿਫੀਕਲਟ ਫॉर ਕਮਰਸ਼ੀਅਲ ਬੈਂਕਸ ਈਵਨ ਅੰਡਰ ਦੀ ਗਵਰਨਮੈਂਟ ਓਨਰਸ਼ਿਪ ਟੂ ਦ ਲੈਂਡ ਟੂ ਫਾਰਮਰਸ। ਕਹਿੰਦੇ ਕੀ ਹੋਇਆ ਕਿ ਜਦੋਂ ਨੈਸ਼ਨਲਾਈਜੇਸ਼ਨ ਹੋਇਆ, ਤੁਹਾਨੂੰ ਪਤਾ ਹੈ ਜਦੋਂ 1960 ਤੋਂ ਬਾਅਦ ਜਦੋਂ ਨੈਸ਼ਨਲਾਈਜੇਸ਼ਨ ਹੋਣਾ ਸਟਾਰਟ ਹੋਇਆ ਬੈਂਕਾਂ ਦਾ, ਕਾਫੀ ਬੈਂਕ ਜਿਹੜੇ ਆ ਇੰਦਰਾ ਗਾਂਧੀ ਨੇ ਮਤਲਬ ਕਾਫੀ ਬੈਂਕਾਂ ਨੂੰ ਨੈਸ਼ਨਲਾਈਜੇਸ਼ਨ ਕਰਨਾ ਸਟਾਰਟ ਕੀਤਾ। ਤਾਂ ਇਸ ਵਿੱਚ ਮਤਲਬ ਪ੍ਰੋਬਲਮ ਇਹ ਖੜੀ ਹੋਈ, ਹੁਣ ਬੈਂਕਾਂ ਨੂੰ ਨੈਸ਼ਨਲਾਈਜੇਸ਼ਨ ਤਾਂ ਕਰਤਾ, ਬਟ ਬੈਂਕਾਂ ਨੂੰ ਨੈਸ਼ਨਲਾਈਜੇਸ਼ਨ ਕਰਨ ਦਾ ਮੇਨ ਮੋਟਿਵ ਇਹ ਸੀ ਕਿ ਉਹ ਜਿਹੜਾ ਸੋਸ਼ਲ ਸੈਕਟਰ ਲਈ ਕੰਮ ਕਰੇ, ਸੋਸ਼ਲ ਸਰਵਿਸ ਕਰੇ, ਦੈਨ ਲੋਕਾਂ ਦਾ ਭਲਾ ਕਰਨ ਲਈ ਕੰਮ ਕਰੇ। ਜਿਹੜੇ ਨੀਚੇ ਤਬਕੇ ਦੇ ਲੋਕ ਆ ਉਹਨਾਂ ਦਾ ਭਲਾ ਹੋਣਾ ਚਾਹੀਦਾ, ਐਗਰੀਕਲਚਰ ਦਾ ਭਲਾ ਹੋਣਾ ਚਾਹੀਦਾ, ਫਾਰਮਰਸ ਦਾ ਭਲਾ ਹੋਣਾ ਚਾਹੀਦਾ, ਰੂਰਲ ਡਿਵੈਲਪਮੈਂਟ ਦਾ ਭਲਾ ਹੋਣਾ ਚਾਹੀਦਾ, ਠੀਕ ਹੈ। ਮਤਲਬ ਕਿ ਜਿਹੜੇ ਗਰੀਬ ਲੋਕ ਆ, ਪਾਵਰਟੀ ਦੇ ਲੋਕ ਆ, ਉਹਨਾਂ ਦਾ ਭਲਾ ਹੋਣਾ ਚਾਹੀਦਾ। ਮਗਰ ਕਿਤੇ ਨਾ ਕਿਤੇ ਸਾਨੂੰ ਲੈਕਨੈਸ ਦੇਖਣ ਨੂੰ ਮਿਲ ਰਹੀ ਸੀ ਕਿ ਉਹ ਫਾਰਮਰਸ ਵੱਲ ਜ਼ਿਆਦਾ ਜਾ ਨਹੀਂ ਪਾ ਰਹੇ ਸੀ, ਕਿਉਂਕਿ ਤੁਸੀਂ ਅੱਜ ਵੀ ਕਿਸੇ ਪਿੰਡਾਂ 'ਚ ਚਲੇ ਜਾਓ ਤੁਹਾਨੂੰ ਬਹੁਤ ਘੱਟ ਬੈਂਕ ਦੇਖਣ ਨੂੰ ਮਿਲਣਗੇ। ਕਿਉਂ? ਕਿਉਂਕਿ ਉੱਥੇ ਬੈਂਕ ਮਤਲਬ ਕੋਈ ਵੀ ਜਿਹੜੀ ਬੈਂਕ ਹੈ, ਠੀਕ ਹੈ, ਭਾਵੇਂ ਕੋਈ ਗੌਰਮੈਂਟ ਬੈਂਕ ਹੈ, ਭਾਵੇਂ ਪ੍ਰਾਈਵੇਟ ਬੈਂਕ ਹੈ, ਕੋਈ ਵੀ ਬੈਂਕ ਆਪਣਾ ਉੱਥੇ ਇਸ ਕਰਕੇ ਨਹੀਂ ਸਥਾਪਿਤ ਕਰਦਾ ਕਿਉਂਕਿ ਉੱਥੋਂ ਇਹਨਾਂ ਪ੍ਰੋਫਿਟ ਨਹੀਂ ਆਉਂਦਾ, ਠੀਕ ਹੈ। ਜ਼ਿਆਦਾਤਰ NPA ਖੜੇ ਹੁੰਦੇ ਹੈ। ਡਨ, ਮਤਲਬ ਕਿ ਤੁਸੀਂ ਸਮਝ ਵੀ ਪਾ ਰਹੇ ਹੋ। ਤਾਂ ਜ਼ਿਆਦਾਤਰ ਜਿਹੜੇ ਲੋਕ ਹੁੰਦੇ ਉਹ ਇਹ ਸੋਚਦੇ ਹੈ, ਮਤਲਬ ਜਿਹੜੇ ਬੈਂਕ ਹੁੰਦੇ ਆ, ਬੈਂਕ ਦੇ ਜਿਹੜੇ ਮਾਲਕ ਹੁੰਦੇ ਆ, ਇਹ ਸੋਚਦੇ ਆ ਕਿ ਹੁਣ ਆਪਾਂ ਪਿੰਡਾਂ 'ਚ ਕਿਵੇਂ ਖੋਲੀਏ ਬੈਂਕ। ਉਸ ਟਾਈਮ ਦੀ ਗੱਲ ਕਰ ਰਿਹਾ ਮੈਂ। ਉਸ ਤੋਂ ਬਾਅਦ ਫਿਰ ਰੂਲਸ ਆਏ ਜਿਸ ਵਿੱਚ ਇਹ ਜ਼ਰੂਰੀ ਹੋ ਗਿਆ ਕਿ ਤੁਹਾਨੂੰ ਪ੍ਰਾਇਓਰਟੀ ਸੈਕਟਰ ਲੈਂਡਿੰਗ, ਠੀਕ, ਵਿੱਚ ਤੁਹਾਨੂੰ ਐਗਰੀਕਲਚਰ 'ਚ ਇੰਨੇ % ਤੁਹਾਨੂੰ ਦੇਣਾ ਹੀ ਪਏਗਾ, ਠੀਕ ਹੈ। ਤਾਂ ਉਹ ਤਾਂ ਬਾਅਦ ਵਿੱਚ ਰੂਲ ਆਏ। ਮੈਂ ਸ਼ੁਰੂਆਤ ਦੌਰ ਦੀ ਗੱਲ ਕਰ ਰਿਹਾ ਕਿ ਝਿਜਕਦੇ ਸੀ ਲੋਕ, ਮਤਲਬ ਕਿ ਜਿਹੜੇ ਮਾਲਕ ਸੀ ਉਹ ਜਾਣ ਤੋਂ ਝਿਜਕਦੇ ਸੀ ਪਿੰਡਾਂ ਵਿੱਚ, ਠੀਕ ਹੈ। ਫਿਰ ਉਸ ਟਾਈਮ 'ਤੇ ਇਹ ਨਾਬਾਰਡ, ਠੀਕ ਹੈ, ਆਪਣੀ ਪੋਜੀਸ਼ਨ ਨੂੰ ਹੋਰ ਮਜ਼ਬੂਤ ਕਰਦਾ ਕਿਉਂਕਿ ਇਸ ਦਾ ਮੇਨ ਫੰਕਸ਼ਨ ਇਹੀ ਰੱਖ ਦਿੱਤਾ ਗਿਆ ਕਿ ਉਹ ਐਗਰੀਕਲਚਰ ਲਈ ਕੰਮ ਕਰੇਗਾ ਅਤੇ ਰੂਰਲ ਡਿਵੈਲਪਮੈਂਟ ਲਈ ਕੰਮ ਕਰੇਗਾ। ਸਮਝ ਗਏ। ਉਸ ਤੋਂ ਬਾਅਦ ਕਹਿੰਦੇ ਗੌਰਮੈਂਟ ਨੇ ਉਸੇ ਦੌਰਾਨ ਜਦੋਂ ਸਾਨੂੰ ਇਹ ਪਤਾ ਲੱਗਿਆ ਕਿ ਬੈਂਕ ਐਗਰੀਕਲਚਰ ਲਈ ਇੰਨਾ ਕੰਮ ਨਹੀਂ ਕਰ ਪਾ ਰਹੇ, ਤਾਂ ਉਹਨਾਂ ਨੇ ਇੱਕ ਨਰਸਿਮਨ ਕਮੇਟੀ ਸਥਾਪਿਤ ਕੀਤੀ, ਨਰਸਿਮਨ ਵਰਕਿੰਗ ਗਰੁੱਪ ਪੁੱਛਿਆ ਜਾ ਸਕਦਾ 1975 ਵਿੱਚ। ਡਨ, ਇਸ ਦੀ ਰਿਕਮੈਂਡੇਸ਼ਨ ਇਹ ਸੀ ਕਿ ਇੱਕ ਜਿਹੜਾ RRB ਜਿਹੜੇ ਆ ਆਰਡੀਨੈਂਸ ਲਿਆਉਂਦਾ ਜਾਵੇ, RRB ਬੈਂਕ ਸਥਾਪਿਤ ਕੀਤੇ ਜਾਣ, ਠੀਕ ਹੈ। ਤਾਂ ਉਹਦੇ ਲਈ ਇੱਕ ਆਰਡੀਨੈਂਸ ਆਇਆ ਸਨ 1975 ਵਿੱਚ, ਜਿਸ ਨੇ ਰਿਪਲੇਸਡ ਕੀਤਾ ਬਾਈ ਦੀ ਰੀਜਨਲ ਰੂਰਲ ਬੈਂਕਸ ਐਕਟ 1976। ਯਾਨੀ ਕਿ ਜਿਹੜਾ ਇਹ ਆਰਡੀਨੈਂਸ ਆਇਆ ਸੀ, ਮਤਲਬ ਕਿ ਪਹਿਲੇ ਆਰਡੀਨੈਂਸ ਦਾ ਮਤਲਬ ਕੀ ਹੋ ਜਾਂਦਾ ਹੈ ਕਿ ਕਈ ਵਾਰ ਕੀ ਹੁੰਦਾ ਕਿ ਲੋਕ ਸਭਾ ਸੈਸ਼ਨ ਵਿੱਚ ਨਹੀਂ ਹੈ, ਡਨ, ਤਾਂ ਉਸ ਦੌਰਾਨ ਆਰਡੀਨੈਂਸ ਲਿਆਇਆ ਜਾਂਦਾ ਪ੍ਰੈਜ਼ੀਡੈਂਟ ਦੁਆਰਾ, ਠੀਕ ਹੈ, ਪ੍ਰੈਜ਼ੀਡੈਂਟ ਦੁਆਰਾ ਆਰਡੀਨੈਂਸ ਲਿਆਇਆ ਜਾਂਦਾ, ਤਾਂ ਉਸ ਦੌਰਾਨ RRB ਨੂੰ ਸਥਾਪਿਤ ਕੀਤਾ ਜਾਂਦਾ। ਹੁਣ ਜਿਹੜੇ ਰੀਜਨਲ ਰੂਰਲ ਬੈਂਕਸ ਆ ਇਸ ਤਰ੍ਹਾਂ ਸਥਾਪਿਤ ਹੋ ਨਹੀਂ ਸਕਦੇ, ਇਸ ਦੇ ਲਈ ਕਾਨੂੰਨ ਲਿਆਉਣਾ ਪਏਗਾ, ਜਿਵੇਂ RBI ਦਾ ਕਾਨੂੰਨ ਹੈ, ਠੀਕ ਹੈ। ਉਸੇ ਤਰੀਕੇ ਨਾਲ ਰੀਜਨਲ ਰੂਰਲ ਬੈਂਕਸ ਨੂੰ ਸਥਾਪਿਤ ਕਰਨ ਲਈ ਸਾਨੂੰ ਉਸਦਾ ਕਾਨੂੰਨ ਲਿਆਉਣਾ ਪਏਗਾ, ਠੀਕ ਹੈ। ਤਾਂ ਇਸ ਤਰੀਕੇ ਨਾਲ ਫਿਰ ਇਹ ਕਾਨੂੰਨ ਲਿਆਉਂਦਾ ਗਿਆ, ਜਿਸ ਦੌਰਾਨ ਫਿਰ ਆਪਾਂ ਨੇ ਰੀਜਨਲ ਰੂਰਲ ਬੈਂਕਸ ਐਕਟ 1976 ਪਾਸ ਕੀਤਾ। ਪਹਿਲੇ ਆਰਡੀਨੈਂਸ ਲਿਆਉਂਦਾ, ਫਿਰ ਜਦੋਂ ਸੈਸ਼ਨ ਆਇਆ ਲੋਕ ਸਭਾ ਦਾ, ਫਿਰ ਇਹ ਆਰਡੀਨੈਂਸ ਨੂੰ ਪਾਸ ਕਰਵਾਇਆ ਕਾਨੂੰਨ ਦੁਆਰਾ ਅਤੇ ਨਾਂ ਦਿੱਤਾ ਗਿਆ ਰੀਜਨਲ ਰੂਰਲ ਬੈਂਕਸ ਐਕਟ 1976। ਤੁਹਾਨੂੰ ਕਦੇ ਪੁੱਛ ਲਿਆ ਜਾਵੇ ਕਿ RRB ਕਦੋਂ ਕਿਸ ਐਕਟ ਦੇ ਅਧੀਨ ਹੈ, ਰੀਜਨਲ ਰੂਰਲ ਬੈਂਕਸ ਐਕਟ 1976 ਦੇ ਅਧੀਨ ਹੈ। ਸਮਝ ਗਏ। ਕਿਉਂਕਿ ਪਹਿਲੇ ਇਕੱਲੇ ਸਿਰਫ ਕਮਰਸ਼ੀਅਲ ਬੈਂਕ ਸੀ, RRB ਦਾ ਉਸ ਟਾਈਮ ਰੋਲ ਨਹੀਂ ਸੀ। ਤਾਂ ਜਦੋਂ ਗੌਰਮੈਂਟ ਨੂੰ ਲੱਗਿਆ ਕਿ ਜਿਹੜੇ ਕਮਰਸ਼ੀਅਲ ਬੈਂਕਸ ਆ ਉਹ ਇੰਨੇ ਲੋਕਾਂ ਲਈ ਕੰਮ ਨਹੀਂ ਕਰ ਪਾ ਰਹੇ,
ਤਾਂ ਸਾਨੂੰ ਸਪੈਸ਼ਲਾਈਜੇਸ਼ਨ ਕਰ ਦੇਣਾ ਚਾਹੀਦਾ, ਇੱਕ ਹੋਰ ਬੈਂਕ ਖੋਲ੍ਹਣੇ ਚਾਹੀਦੇ ਨੇ ਜੋ ਸਿਰਫ ਐਗਰੀਕਲਚਰ ਬਾਰੇ ਸੋਚਣਗੇ, ਰੂਰਲ ਇਕੋਨਮੀ ਬਾਰੇ ਸੋਚਣਗੇ। ਠੀਕ ਹੈ, ਤਾਂ ਇਸ ਦੇ ਨਾਲ ਹੀ ਤੁਹਾਨੂੰ ਇੱਕ ਐਗਜ਼ਾਮਪਲ ਪਤਾ ਹੋਣੀ ਚਾਹੀਦੀ ਹੈ ਕਿ ਪਹਿਲਾ ਫਸਟ ਜਿਹੜਾ ਆਰਆਰਬੀ ਬੈਂਕ ਖੁੱਲ੍ਹਿਆ ਸੀ ਉਹ ਪ੍ਰਾਥਮਾ ਗ੍ਰਾਮੀਣ ਬੈਂਕ ਖੁੱਲ੍ਹਿਆ ਸੀ, ਪ੍ਰਾਥਮਾ ਗ੍ਰਾਮੀਣ ਬੈਂਕ ਖੁੱਲ੍ਹਿਆ ਸੀ, ਜਿਸ ਨੂੰ ਸਪੋਂਸਰ ਕਿਹਨੇ ਕੀਤਾ ਸੀ? ਸਿੰਡੀਕੇਟ ਬੈਂਕ ਨੇ ਕੀਤਾ ਸੀ। ਕਿਸ ਨੇ ਸਪੋਂਸਰ ਕੀਤਾ ਸੀ? ਸਿੰਡੀਕੇਟ ਬੈਂਕ ਨੇ ਕੀਤਾ ਸੀ। ਕਦੋਂ ਖੋਲ੍ਹਿਆ ਗਿਆ ਸੀ? 2 ਅਕਤੂਬਰ 1975 ਵਿੱਚ ਖੋਲ੍ਹਿਆ ਗਿਆ ਸੀ। ਕਦੋਂ ਖੋਲ੍ਹਿਆ ਗਿਆ ਸੀ? 2 ਅਕਤੂਬਰ 1975 ਵਿੱਚ ਖੋਲ੍ਹਿਆ ਗਿਆ ਸੀ। ਆਫਿਸ ਕਿਹੜਾ ਸੀ? ਮੁਰਾਦਾਬਾਦ। ਤੁਸੀਂ ਮੈਨੂੰ ਦੱਸੋ ਮੁਰਾਦਾਬਾਦ ਹੈ ਕਿੱਥੇ ਹੈ? ਓਕੇ, ਚਲੋ। ਤਾਂ ਇਹਨਾਂ ਵਿੱਚ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਸਪੋਂਸਰਡ ਬੈਂਕਸ ਹੈ, ਰੀਜਨਲ ਰੂਰਲ ਬੈਂਕ ਜਿਹੜੇ ਸਪੋਂਸਰਡ ਬੈਂਕ ਹੈ। ਕਿਆ ਮਤਲਬ ਹੋ ਗਿਆ ਸਪੋਂਸਰਡ ਬੈਂਕ ਦਾ? ਠੀਕ ਹੈ, ਕਹਿੰਦੇ ਜਿਹੜੇ ਆਰਆਰਬੀ ਬੈਂਕ ਹੈ, ਠੀਕ ਹੈ, ਉਸ ਵਿੱਚ ਇਹ ਡੈਫੀਨੇਸ਼ਨ ਦਿੱਤੀ ਗਈ ਕਿ ਜਿਹੜੇ ਆਰਆਰਬੀ ਬੈਂਕ ਹੈ ਉਸ ਵਿੱਚ ਇਹ ਬੈਂਕ 'ਚ ਪੈਸਾ ਕਿਸ ਤਰ੍ਹਾਂ ਆਏਗਾ ਕਿ ਸੈਂਟਰਲ ਗੌਰਮੈਂਟ 50% ਪੈਸਾ ਦੇਗੀ, ਸੈਂਟਰਲ ਗੌਰਮੈਂਟ 15% ਪੈਸਾ ਦੇਗੀ, ਸਪੋਂਸਰਡ ਬੈਂਕ ਜਿਹੜਾ ਉਹ 35% ਪੈਸਾ ਦੇਗਾ। ਸਮਝ ਗਏ? ਮਤਲਬ ਕਿ ਜੇ ਕਿਸੇ ਪਿੰਡ ਵਿੱਚ ਕਿਸੇ ਮਤਲਬ ਵਿਲੇਜ ਵਿੱਚ ਸਾਨੂੰ ਆਰਆਰਬੀ ਬੈਂਕ ਦੇਖਣ ਨੂੰ ਮਿਲਦਾ, ਉਹ ਆਰਆਰਬੀ ਬੈਂਕ 3 ਮਤਲਬ ਜਿਹੜੀ ਬੋਡੀਜ਼ ਦੁਆਰਾ ਕੰਮ ਕੀਤਾ ਜਾਂਦਾ। ਠੀਕ ਹੈ, 3 ਬੋਡੀਜ਼ ਫੰਡਿੰਗ ਕਰਦੀਆਂ ਤਾਂ ਉਹ ਬੈਂਕ ਚੱਲਦਾ। ਸਭ ਤੋਂ ਵੱਡਾ ਜਿਹੜਾ ਯੋਗਦਾਨ ਹੁੰਦਾ ਉਹ ਸੈਂਟਰਲ ਗੌਰਮੈਂਟ ਦਾ ਹੁੰਦਾ। 50% ਪੈਸਾ ਸੈਂਟਰਲ ਗੌਰਮੈਂਟ ਦਿੰਦੀ ਹੈ, ਸਟੇਟ ਗੌਰਮੈਂਟ 15% ਪੈਸਾ ਦਿੰਦੀ ਹੈ। ਸਪੋਂਸਰ ਬੈਂਕ, ਠੀਕ ਹੈ, ਜਿਹੜਾ ਉਹਨੂੰ ਸਪੋਂਸਰ ਕਰ ਰਿਹਾ ਹੁੰਦਾ, ਕੋਈ ਵੀ ਬੈਂਕ ਹੋ ਸਕਦਾ। ਜਿਵੇਂ ਇੱਕ ਬੋਲੀ ਲਾਈ ਜਾ ਸਕਦੀ ਹੈ, ਠੀਕ ਹੈ, ਕਿ ਇਸ ਬੈਂਕ ਨੂੰ ਅਸੀਂ ਸਪੋਂਸਰ ਕਰਾਂਗੇ। ਠੀਕ ਹੈ, ਜਿਵੇਂ ਐਸਬੀਆਈ ਸਪੋਂਸਰ ਕਰ ਸਕਦਾ ਕਿਸੇ ਬੈਂਕ ਨੂੰ, ਤਾਂ ਇਸੇ ਤਰੀਕੇ ਨਾਲ ਇੱਕ ਸਪੋਂਸਰ ਬੈਂਕ ਚੁਣਿਆ ਜਾਂਦਾ ਜੋ ਆਪਣਾ ਯੋਗਦਾਨ ਦਿੰਦਾ ਉਸ ਬੈਂਕ ਲਈ, ਰੀਜਨਲ ਰੂਰਲ ਬੈਂਕ ਲਈ। ਤਾਂ ਉਹਦਾ ਯੋਗਦਾਨ ਕਿੰਨਾ ਹੁੰਦਾ? 35% ਹੁੰਦਾ। ਸਮਝ ਗਏ? ਇਹ ਚੁਣਿਆ ਜਾਂਦਾ। ਜਿਵੇਂ ਫੋਰ ਐਗਜ਼ਾਮਪਲ ਜਿਵੇਂ ਫਸਟ ਜਿਹੜਾ ਆਰਆਰਬੀ ਬੈਂਕ ਖੁੱਲ੍ਹਿਆ ਸੀ ਪ੍ਰਾਥਮਾ ਗ੍ਰਾਮੀਣ ਬੈਂਕ, ਉਹ ਸਪੋਂਸਰਡ ਬੈਂਕ ਸੀ। ਠੀਕ ਹੈ, ਜਿਸ ਦਾ 35% ਹਿੱਸਾ ਸਿੰਡੀਕੇਟ ਬੈਂਕ ਨੇ ਦਿੱਤਾ ਸੀ। ਠੀਕ ਹੈ, ਜਿਸ ਦਾ ਸ਼ੇਅਰ ਜਿਹੜਾ ਸੀ ਸਿੰਡੀਕੇਟ ਬੈਂਕ ਦਾ 35% ਸੀ। ਫੰਡਿੰਗ ਜਿਹੜੀ ਆ ਰਹੀ ਸੀ 35% ਸਿੰਡੀਕੇਟ ਬੈਂਕ ਤੋਂ ਆ ਰਹੀ ਸੀ। ਸਪੋਂਸਰਡ ਬੈਂਕ ਕੋਈ ਵੀ ਹੋ ਸਕਦਾ। ਠੀਕ ਹੈ, ਉਹ ਆਰਬੀਆਈ ਚੂਜ਼ ਕਰਦੀ ਹੈ, ਮਤਲਬ ਪੂਰੀ ਡਿਸਕਸ਼ਨ ਹੁੰਦੀ ਹੈ। ਫਿਰ ਉਸ ਤੋਂ ਬਾਅਦ ਜਿੱਥੇ ਵੀ ਆਪਾਂ ਨੇ ਕੋਈ ਆਰਆਰਬੀ ਬੈਂਕ ਖੋਲ੍ਹਣਾ ਹੁੰਦਾ ਤਾਂ ਉਸ ਵਿੱਚ ਕੋਈ ਸਪੋਂਸਰ ਬੈਂਕ ਉਸੇ ਡਿਸਟ੍ਰਿਕਟ ਦਾ ਕੋਈ ਚੁਣ ਲਿਆ ਜਾਂਦਾ। ਠੀਕ ਹੈ, ਚਲੋ ਹੁਣ ਗੱਲ ਕਰਦੇ ਹਾਂ ਆਪਾਂ ਕੋਆਪਰੇਟਿਵ ਬੈਂਕਸ। ਹੁਣ ਤੁਸੀਂ ਮੈਨੂੰ ਦੱਸੋ ਇਹ ਬੈਂਕ ਜਿਹੜੇ ਹੈ ਕਿਸ ਦੇ ਅਧੀਨ ਆਉਂਦੇ ਨੇ? ਸ਼ਡਿਊਲ, ਨੋਨ ਸ਼ਡਿਊਲ। ਕੋਆਪਰੇਟਿਵ ਬੈਂਕ ਕਿਹੜੇ ਹੁੰਦੇ ਨੇ? ਠੀਕ ਹੈ, ਜੋ ਕੋਆਪਰੇਟਿਵ ਕ੍ਰੈਡਿਟ ਸੁਸਾਇਟੀਜ਼ ਐਕਟ ਦੇ ਅਧੀਨ ਹੁੰਦੇ ਨੇ। ਠੀਕ ਹੈ, ਕੋਆਪਰੇਟਿਵ ਬੈਂਕ ਕਿਹੜੇ ਹੁੰਦੇ ਨੇ? ਕੋਆਪਰੇਟਿਵ ਕ੍ਰੈਡਿਟ ਸੁਸਾਇਟੀ ਐਕਟ ਦੇ ਅਧੀਨ ਹੁੰਦੇ ਨੇ। ਦੈਨ ਇਹਦਾ ਮੇਜਰ ਬੈਨੀਫਿਸ਼ਰੀ ਕੌਣ ਹੁੰਦਾ ਕੋਆਪਰੇਟਿਵ ਬੈਂਕਸ ਦਾ? ਵੈਸੇ ਇਹ ਕਾਫੀ ਤਰ੍ਹਾਂ ਨਾਲ ਅਰਬਨ ਲਈ ਵੀ ਕੰਮ ਕਰਦੇ ਨੇ। ਪਹਿਲੇ ਰੂਰਲ ਲਈ ਕੰਮ ਕਰਦੇ ਸੀ ਕੋਆਪਰੇਟਿਵ ਬੈਂਕਸ, ਮਗਰ ਹੌਲੀ ਹੌਲੀ ਇਹ ਅਰਬਨ ਲਈ ਵੀ ਕੰਮ ਕਰਨ ਲੱਗ ਪਏ। ਮਗਰ ਜਿਹੜਾ ਇਹਨਾਂ ਦਾ ਮੇਜਰ ਰੋਲ ਹੈ, ਮੇਜਰ ਬੈਨੀਫਿਸ਼ਰੀ ਹੈ, ਜੋ ਸਭ ਤੋਂ ਜ਼ਿਆਦਾ ਫਾਇਦਾ ਕੌਣ ਉਠਾਉਂਦਾ ਇਸ ਵਿੱਚੋਂ? ਐਗਰੀਕਲਚਰ ਸੈਕਟਰ ਉਠਾਉਂਦਾ। ਠੀਕ ਹੈ, ਰੂਰਲ ਸੈਕਟਰ ਉਠਾਉਂਦਾ ਮੇਨਲੀ। ਠੀਕ ਹੈ, ਇਸਦਾ ਮਤਲਬ ਇਹ ਨਹੀਂ ਹੈ ਇਕੱਲਾ ਇਹ ਵਿਲੇਜ ਲਈ ਕੰਮ ਕਰਦੇ ਨੇ, ਨੋਨ ਐਗਰੀਕਲਚਰ ਲਈ ਵੀ ਕੰਮ ਕਰਦੇ ਨੇ। ਠੀਕ ਹੈ, ਪਿੰਡਾਂ ਲਈ ਮਤਲਬ ਅਰਬਨ ਸੈਕਟਰ ਲਈ ਵੀ ਕੰਮ ਕਰਦੇ ਨੇ। ਮਗਰ ਮੇਨ ਰੋਲ ਜਿਹੜਾ ਡੋਮੀਨੈਂਟ ਰੋਲ ਹੈ ਉਹ ਐਗਰੀਕਲਚਰ ਲਈ ਹੀ ਹੈ। ਸਮਝ ਗਏ? ਕਹਿੰਦੇ ਜਿਹੜੇ ਕੋਆਪਰੇਟਿਵ ਕ੍ਰੈਡਿਟ ਇੰਸਟੀਟਿਊਸ਼ਨਸ ਹੈ, ਠੀਕ ਹੈ, ਉਹ ਆਪਣੇ ਕੰਟਰੀ ਵਿੱਚ 2 ਤਰੀਕੇ ਨਾਲ ਦੇਖਣ ਨੂੰ ਮਿਲਦੇ ਨੇ। ਇੱਕ ਹੁੰਦੇ ਨੇ ਐਗਰੀਕਲਚਰ, ਜਿਸ ਵਿੱਚ ਉਹਨਾਂ ਦਾ ਡੋਮੀਨੈਂਟ ਰੋਲ ਹੁੰਦਾ, ਇੱਕ ਹੁੰਦੇ ਨੋਨ ਐਗਰੀਕਲਚਰ। ਠੀਕ ਹੈ, ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ, ਕਹਿੰਦੇ ਦੇਅਰ ਆਰ 2 ਸੈਪਰੇਟ ਕੋਆਪਰੇਟਿਵ ਏਜੰਸੀਜ਼ ਫੋਰ ਦੀ ਪ੍ਰੋਵੀਜ਼ਨ ਆਫ ਐਗਰੀਕਲਚਰ ਕ੍ਰੈਡਿਟ। ਵਨ ਜਿਹੜੀ ਹੁੰਦੀ ਹੈ ਸ਼ੋਰਟ ਟਰਮ ਲਈ ਹੁੰਦੀ ਹੈ, ਮੀਡੀਅਮ ਟਰਮ ਲਈ ਹੁੰਦੀ ਹੈ, ਅਦਰ ਹੁੰਦੀ ਹੈ ਜਿਹੜੀ ਲੌਂਗ ਟਰਮ ਲਈ ਹੁੰਦੀ ਹੈ। ਕਹਿੰਦੇ ਜਿਹੜੇ ਕੋਆਪਰੇਟਿਵ ਸੁਸਾਇਟੀਜ਼ ਨੇ ਇਹ ਸਾਨੂੰ 2 ਤਰੀਕੇ ਨਾਲ ਦੇਖਣ ਨੂੰ ਮਿਲਣਗੀਆਂ। ਕੁਝ ਸੁਸਾਇਟੀਜ਼ ਐਸੀਆਂ ਹੋਣਗੀਆਂ ਜੋ ਤੁਹਾਨੂੰ ਸ਼ੋਰਟ ਟਰਮ ਲਈ ਲੋਨ ਦੇਣਗੀਆਂ, 1 ਸਾਲ ਲਈ, ਹੈ ਨਾ, ਲੋਨ ਦੇਣਗੀਆਂ, ਜਾਂ ਮੀਡੀਅਮ ਟਰਮ ਲੋਨ ਦੇਣਗੀਆਂ। ਕੁਝ ਹੋਣਗੇ ਤੁਹਾਨੂੰ ਲੌਂਗ ਟਰਮ ਲਈ ਲੋਨ ਦੇਣਗੀਆਂ। ਸਮਝ ਗਏ? ਕਹਿੰਦਾ ਦਾ ਫੋਰਮਰ ਹੈਜ਼ ਦਾ 3 ਟਾਇਰ ਐਂਡ ਫੈਡਰਲ ਸਟਰਕਚਰ। 3 ਟਾਇਰ ਸਟਰਕਚਰ ਐਗਜ਼ਿਸਟ ਇਨ ਦਾ ਕੋਆਪਰੇਟਿਵ ਬੈਂਕਿੰਗ। ਕਹਿੰਦੇ ਸਾਨੂੰ ਜਿਹੜੀ ਕੋਆਪਰੇਟਿਵ ਬੈਂਕਿੰਗ ਹੈ ਉਸ ਦੇ ਸਾਨੂੰ 3 ਸਟਰਕਚਰ ਦੇਖਣ ਨੂੰ ਮਿਲਦੇ ਨੇ, ਤੁਹਾਨੂੰ ਯਾਦ ਹੋਣਾ ਚਾਹੀਦਾ। ਪਹਿਲਾ ਸਟਰਕਚਰ ਹੈ ਸਟੇਟ ਕੋਆਪਰੇਟਿਵ ਬੈਂਕ, ਜੋ ਸਾਨੂੰ ਐਪੈਕਸ ਲੈਵਲ 'ਤੇ ਦੇਖਣ ਨੂੰ ਮਿਲਦਾ ਸਭ ਤੋਂ ਉੱਪਰ। ਡਨ। ਉਸ ਤੋਂ ਬਾਅਦ ਸੈਂਟਰਲ ਕੋਆਪਰੇਟਿਵ ਬੈਂਕਸ, ਜੋ ਸਾਨੂੰ ਡਿਸਟ੍ਰਿਕਟ ਲੈਵਲ 'ਤੇ ਦੇਖਣ ਨੂੰ ਮਿਲਦਾ। ਉਸ ਤੋਂ ਬਾਅਦ ਪ੍ਰਾਇਮਰੀ ਕੋਆਪਰੇਟਿਵ ਬੈਂਕਸ, ਜੋ ਸਾਨੂੰ ਲੋਕਲ ਲੈਵਲ 'ਤੇ ਦੇਖਣ ਨੂੰ ਮਿਲਦਾ। ਸਮਝ ਕੇ? ਇਹ 3 ਤਰ੍ਹਾਂ ਦੇ ਸਟਰਕਚਰ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਹੁਣ ਆ ਜਾਂਦੇ ਆਪਾਂ MCQs ਉੱਪਰ। ਠੀਕ ਹੈ, ਸਮਝ ਗਏ? ਇਹ ਪ੍ਰੀਸ਼ੀਅਸ ਜਿਹੜੇ ਆਪਣੇ ਐਗਜ਼ਾਮਸ ਹੋਏ ਨੇ ਉਹਨਾਂ 'ਚ ਕੁਝ ਕੁਐਸਚਨ ਪੁੱਛੇ ਗਏ ਸੀ, ਉਹਨਾਂ 'ਚ ਤੁਸੀਂ ਮੈਨੂੰ ਦੱਸਣਾ। ਹੁਣ ਇਸ ਦਾ ਆਨਸਰ ਮੈਂ ਨਹੀਂ ਦੱਸਾਂਗਾ ਤੁਹਾਨੂੰ, ਕਿਉਂਕਿ ਮੈਂ ਤੁਹਾਨੂੰ ਉੱਪਰ ਪੜ੍ਹਾ ਚੁੱਕਾ। ਪਹਿਲਾ ਕੁਐਸਚਨ ਹੈ, ਹੈਜ਼ ਵੀ ਨੋ ਕਮਰਸ਼ੀਅਲ ਬੈਂਕ ਅਸੈਪਟ ਡਿਪੋਜ਼ਿਟਸ ਫਰੋਮ ਦੀ ਪਬਲਿਕ, ਵਟ ਡੂ ਬੈਂਕਸ ਡੂ ਵਿਦ ਦਿਸ ਮਨੀ। ਕਹਿੰਦੇ ਜਦੋਂ ਕਮਰਸ਼ੀਅਲ ਬੈਂਕ ਜਿਹੜੇ ਕਮਰਸ਼ੀਅਲ ਬੈਂਕ ਹੁੰਦੇ ਨੇ, ਜਿਹੜੇ ਲੋਕਾਂ ਦਾ ਪੈਸਾ ਅਸੈਪਟ ਕਰਦੇ ਨੇ, ਡਿਪੋਜ਼ਿਟ ਅਸੈਪਟ ਕਰਦੇ ਨੇ, ਤਾਂ ਫਿਰ ਉਹ ਜਿਹੜੇ ਪੈਸੇ ਨਾਲ ਉਹ ਕੀ ਕਰਦੇ ਨੇ? ਦੱਸੋ ਮੈਨੂੰ। 4 6 5 ਆਪਸ਼ਨਾਂ ਨੇ, ਤੁਸੀਂ ਮੈਨੂੰ ਦੱਸੋ ਉਸ ਪੈਸੇ ਨਾਲ ਉਹ ਕੀ ਕਰਦੇ ਨੇ। ਆਪਸ਼ਨ ਮੈਂ ਨਹੀਂ ਪੜਾਂਗਾ, ਆਪਸ਼ਨ ਤੁਸੀਂ ਆਪੇ ਪੜੋਗੇ। ਆਈ ਥਿੰਕ ਹੋ ਗਿਆ ਹੋਣਾ ਕੁਐਸਚਨ। ਅਗਲਾ ਕੁਐਸਚਨ,
ਵਿਚ ਆਫ ਦੀ ਫੋਲੋਇੰਗ ਬੈਂਕ ਇਜ਼ ਜਨਰਲੀ ਨੋਟ ਕੰਸੀਡਰਡ ਅ ਕਮਰਸ਼ੀਅਲ ਬੈਂਕ। ਇਹਨਾਂ 5 ਆਪਸ਼ਨਾਂ ਵਿੱਚੋਂ ਤੁਸੀਂ ਮੈਨੂੰ ਦੱਸੋ ਕਿਹੜਾ ਐਸਾ ਆਪਸ਼ਨ ਹੈ ਜੋ ਕਮਰਸ਼ੀਅਲ ਬੈਂਕ ਨਾਲ ਰਿਲੇਟ ਨਹੀਂ ਕਰਦਾ। ओके चलो अगला क्वेश्चन, रीफाइनेंस फैसिलिटी इज प्रोवाइडेड बाय नाबार्ड विच इंस्टीट्यूशन कैन अवेल दी फैसिलिटी। ठीक है, रीफाइनेंस जी फैसिलिटी है नाबार्ड प्रोवाइडेड करता है, फिर ऐसा केड़ा इंस्टीट्यूशन है इस तरह की फैसिलिटी प्रोवाइड कर सकता है। रीफाइनेंस की दसो मैं केड़ा ऑप्शन होएगा। अगला क्वेश्चन, विच ऑफ द फॉलोइंग इज द नॉट अ प्राइमरी फंक्शन ऑफ द बैंक। दसो मैं इन्होंने 5 ऑप्शनों में मैं दसो कि ऐसा ऑप्शन है जो एक तरह का बैंक का प्राइमरी फंक्शन नहीं है। देखो लिंक करके मैं क्वेश्चन दे रहा, ठीक है, ऊपर पढ़ाने का मतलब ये कि तुम्हें एक कंसैप्ट समझ आ जाए ताकि तुम अपने दिमाग में पूरी कहानी बना पाओ कि अच्छा बैंक इस तरह काम करते हैं, इस तरह लिंक करना है, ताकि क्वेश्चन तुम्हारे सामने ले आया मैं। ठीक है, जो तुम्हें बैंक बारे पता लग गया कि बैंक की करता है, तुम उन्हें लिंक कर पाओगे कि बैंक की कर सकता है कि नहीं कर सकता। ठीक है ना, चलो दसो अगला क्वेश्चन, बंधन बैंक किस तरह डील करता है। एक तरह का मतलब आउट ऑफ टैक्स क्वेश्चन आ गया, बट तुम मैं आंसर दस सकते हो, जो नहीं पता तो कोई चक्कर नहीं है, आने वाले लैक्चर तुम्हें इसका आंसर जरूर दसांगा, तुम आप सर्च करना, इसका होर फायदा थोड़े लिए। डन, चलो थैंक यू वैरी मच। डन, तो पिछले मैं देख रहा कि 2 लैक्चर में थोड़ा बहुत प्यार मिल रहा है। डन, तो समझ आ रही है चीज़, ये बहुत अच्छी गल है मेरे लिए। तो इसी तरह तुम मेरे नाल लगे रहना, कितने कोई प्रॉब्लम आती है कॉमेंट सैक्शन पूछो, मैं तुम्हें पता ही है कि मैं 100% अप्लाई करदा। जिन्होंने हले तक विश्वास नहीं है, तुम मेरे पटवारी अकाउंट का पेपर पटवारी अकाउंट की प्लेलिस्ट जाके देख सकते हो, उत्थे मैंने हर एक तरह के रिप्लाई दिते हैं बच्चों को, हर एक 65 लैक्चर में। ऐसा नहीं है कोई एक लैक्चर छड्डता मैंने, हर एक लैक्चर तुम्हें मैं मतलब ये फैसिलिटी प्रोवाइड कर रहा कि तुहाडी क्वारी का आंसर मैं जरूर देने की कोशिश कर रहा। समझ के वध तो वध प्यार देना अपना। ठीक है, कमेंट सैक्शन जो तुहानू लैक्चर अच्छा लगता है उसके बारे तुसीं मैनूं दसना। ठीक है ना, दसन का मतलब ये होंगे ताकि जो बाकी बच्चे हैं वो भी जुड़नगे आके। ठीक है, उन्होंने भी फायदा होएगा, क्योंकि कोर्स तो कंप्लीट कराना आपने। डन, एक कोर्स आपने कंप्लीट कराना है। बैंकिंग अवेयरनेस थोड़े लिए ऐसा नहीं है, इस मैं स्टैटिक भी ले आवागा हौली हौली, तो मज़ा आने लग जाएगा हौली हौली। और डन, एक क्वेश्चन थाले मैं बहुत घट लिया रहा, इसकी प्रैक्टिस मैं होर करानी है। हफ्ते से एक टेस्ट होया करेगा, इस मैं 50-60 क्वेश्चन थोड़े लिए लिया कराँगा, मज़ा आएगा तुम्हें बहुत। समझ गए, चलो थैंक यू वेरी मच।